ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਸਿਨਾ ਮਿਲਾਇਆ ਜਿਨ ਤੁਰ ਪਿਆ ਸੰਜੋਗ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਿਆਰਿਓ, ਜਿਸ ਤਰ੍ਹਾਂ ਸਤਿਗੁਰੂ ਜੀ ਨੇ ਸੇਵਾ ਬਖਸ਼ਿਸ਼ ਕੀਤੀ ਹੈ ਕਿ ਐਤਵਾਰ ਦੇ ਦਿਨ 7:30 ਵਜੇ ਸ਼ਾਮ ਨੂੰ ਜੋ ਮਹਾਰਾਜ ਦਾ ਹੁਕਮ ਹੈ ਸਤ ਸੰਗਤ ਦੇ ਵਿੱਚ ਵਿਚਾਰ ਪੇਸ਼ ਕਰਨ ਦਾ, ਸੋ ਸੰਗਤ ਦੇ ਵਿੱਚ ਹੁਕਮ ਆਇਆ ਸੀ ਕਿ ਭਾਈ ਇੱਕ ਓਂਕਾਰ ਦੇ ਉੱਪਰ ਜੋ ਹੈ ਖੁੱਲ੍ਹ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਵਿਚਾਰ ਰੱਖੀ ਜਾਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ, ਅੰਮ੍ਰਿਤਮਈ ਬਾਣੀ, ਜਿਸ ਦਾ ਕਿ ਪ੍ਰਾਰੰਭ ਹੀ ਇੱਕ ਓਂਕਾਰ ਤੋਂ ਹੋਇਆ ਕਰਦਾ ਹੈ ਗੁਰਮੁਖੋ, ਕਿਉਂਕਿ ਗੁਰਬਾਣੀ ਦਾ ਪ੍ਰਾਰੰਭ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓਂਕਾਰ ਤੋਂ ਕਿਉਂ ਕੀਤਾ ਹੈ ਗੁਰਮੁਖੋ। ਇੱਕ ਓਂਕਾਰ ਕੀ ਹੈ? ਇੱਕ ਓਂਕਾਰ ਦੇ ਵਿੱਚ ਕਿਤਨੀ ਕੁ ਤਾਕਤ ਸਮਾਈ ਹੋਈ ਹੈ, ਅਤੇ ਇੱਕ ਓਂਕਾਰ ਜੋ ਹੈ ਉਹ ਕਿਹਨਾਂ ਦਾਤਾਂ ਦਾ ਦਾਤਾ ਹੈ ਗੁਰਮੁਖੋ। ਇੱਕ ਓਂਕਾਰ ਨੂੰ ਜਪਣ ਵਾਲਿਆਂ ਦੀ ਕੀ ਅਵਸਥਾ ਬਣ ਜਾਂਦੀ ਹੈ। ਇੱਕ ਓਂਕਾਰ ਹੈ ਕਿੱਥੇ? ਇੱਕ ਓਂਕਾਰ ਦੇ ਵਿੱਚੋਂ ਕਿਹੜਾ ਆਨੰਦ ਪ੍ਰਾਪਤ ਹੁੰਦਾ ਹੈ? ਇੱਕ ਓਂਕਾਰ ਦੇ ਨਾਲ ਕਿਹੜੀਆਂ ਆਤਮਿਕ ਦਾਤਾਂ ਪ੍ਰਾਪਤ ਹੁੰਦੀਆਂ ਹਨ। ਜਿਹੜੇ ਇੱਕ ਓਂਕਾਰ ਨੂੰ ਜਪਦੇ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਉੱਪਰ ਕੀ ਕਿਰਪਾ ਕਰਦੇ ਹਨ। ਆਪਾਂ ਇਹਨਾਂ ਸਾਰੇ ਵਿਚਾਰਾਂ ਦੀ ਵਿਚਾਰ ਕਰਾਂਗੇ ਗੁਰਮੁਖੋ। ਸਭ ਤੋਂ ਪਹਿਲਾਂ ਆਪਾਂ ਜਾਣੀਏ ਵੀ ਇੱਕ ਓਂਕਾਰ ਦੀ ਪ੍ਰਾਰੰਭ ਜੋ ਹੈ ਸ਼ੁਰੂਆਤ ਕਿੱਥੋਂ ਹੁੰਦੀ ਹੈ ਗੁਰਮੁਖੋ। ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੀ ਸ਼ੁਰੂਆਤ ਇੱਕ ਓਂਕਾਰ ਤੋਂ ਹੀ ਕਿਉਂ ਕੀਤੀ ਹੈ? ਕੋਈ ਹੋਰ ਸ਼ਬਦ ਕਿਉਂ ਨਹੀਂ ਲਿਆ? ਕਿਉਂ ਕਿਸੇ ਵਾਹਿਗੁਰੂ ਮੰਤਰ ਤੋਂ ਕਿਉਂ ਨਹੀਂ ਕੀਤੀ, ਜਾਂ ਕਿਸੇ ਹੋਰ ਨਾਮ ਤੋਂ ਕਿਉਂ ਨਹੀਂ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ? ਗੁਰਮੁਖੋ ਆਪਾਂ ਜਾਣਨਾ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਗੁਰਬਾਣੀ ਦੇ ਵਿੱਚ ਹੀ ਦੱਸ ਰਹੇ ਹਨ। ਓਂਕਾਰ ਪ੍ਰਥਮੈ ਤਨ ਕਹਾ ਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਅਕਾਲ ਪੁਰਖ ਨਿਰਗੁਣ ਸਰੂਪ ਹੋ ਕੇ ਪਸਰ ਰਿਹਾ ਸੀਗਾ, ਜੋ ਕਿ ਚਾਰੇ ਪਾਸੇ ਅਰਬਦ ਨਰਬਦ ਧੁੰਦੂਕਾਰਾ, ਜਦੋਂ ਚਾਰੇ ਪਾਸੇ ਧੁੰਦ ਹੀ ਧੁੰਦ, ਜੋ ਨਿਰਗੁਣ ਬ੍ਰਹਮ ਸੀ ਗੁਰਮੁਖੋ, ਉਸ ਵੇਲੇ ਅਕਾਲ ਪੁਰਖ ਨੇ ਆਪਣੇ ਵਿੱਚੋਂ ਓਂਕਾਰ ਸ਼ਬਦ ਕਹਿਣ ਦਾ ਕਥਨ ਕਰਨਾ ਕੀਤਾ ਹੈ ਗੁਰਮੁਖੋ। ਉਸ ਓਂਕਾਰ ਤੋਂ ਵਿੱਚੋਂ ਕੀ ਹੋਇਆ ਹੈ? ਉਸ ਓਂਕਾਰ ਦੇ ਵਿੱਚੋਂ ਸ੍ਰਿਸ਼ਟੀ ਪੈਦਾ ਹੋਈ ਹੈ ਗੁਰਮੁਖੋ। ਇਸ ਕਰਕੇ ਓਂਕਾਰ ਹੀ ਉਤਪਤੀ ਕਰਨ ਵਾਲਾ ਹੈ, ਓਂਕਾਰ ਹੀ ਲਇਤਾ ਕਰਨ ਵਾਲਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਨੂੰ ਰਚਣਾ ਹੁੰਦਾ ਹੈ, ਓਂਕਾਰ ਕਹਿ ਕੇ ਇਸ ਦੀ ਰਚਨਾ ਕਰ ਦਿੰਦੇ ਹਨ, ਅਤੇ ਦੁਬਾਰਾ ਓਂਕਾਰ ਕਹਿ ਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵਿੱਚ ਸਮੇਟ ਲੈਂਦੇ ਹਨ ਗੁਰਮੁਖੋ। ਹੁਣ ਵਿਚਾਰ ਕਰੀਏ ਵੀ ਇੱਕ ਓਂਕਾਰ ਦੀ ਤਾਕਤ ਕਿਤਨੀ ਕੁ ਹੈ ਅਤੇ ਇਸ ਦਾ ਅਰਥ ਕੀ ਹੈ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਇੱਕ ਲਾਇਆ ਹੈ ਓਂਕਾਰ ਦੇ ਅੱਗੇ ਗੁਰਮੁਖੋ, ਇੱਕ ਦਾ ਅਰਥ ਹੈ ਸਤਿਗੁਰੂ ਜੀ ਨੇ ਇਹ ਦਰਸਾਉਣਾ ਕੀਤਾ ਹੈ ਕਿ ਓਂਕਾਰ ਕੇਵਲ ਅਕਾਲ ਪੁਰਖ ਵਾਹਿਗੁਰੂ ਕੇਵਲ ਇੱਕ ਹੈ, ਦੋ ਨਹੀਂ ਹੈ। ਨਾ ਹੀ ਅਕਾਲ ਪੁਰਖ ਨੂੰ ਕਿਸੇ ਨੇ ਜਨਮ ਦਿੱਤਾ ਹੈ, ਨਾ ਉਸ ਦਾ ਕੋਈ ਪਿਤਾ ਹੈ, ਨਾ ਉਸ ਦੀ ਕੋਈ ਮਾਤਾ ਹੈ। ਹਾਂ, ਭਗਤ ਜਨ ਉਸ ਦੇ ਪੁੱਤਰ ਜ਼ਰੂਰ ਹੋਇਆ ਕਰਦੇ ਹਨ, ਕਿਉਂਕਿ ਪ੍ਰੇਮ ਵਸ ਅਕਾਲ ਪੁਰਖ ਵਾਹਿਗੁਰੂ ਆਪਣੀ ਭਗਤੀ ਕਰਨ ਵਾਲਿਆਂ ਨੂੰ ਆਪਣੇ ਪੁੱਤਰ ਦੇ ਨਿਆਈ, ਆਪਣੇ ਬੱਚਿਆਂ ਦੇ ਨਿਆਈ ਪ੍ਰੇਮ ਕਰਦੇ ਹਨ, ਮਾਤਾ ਪਿਤਾ ਦੇ ਨਿਆਈ ਹੋ ਜਾਂਦੇ ਹਨ ਗੁਰਮੁਖੋ। ਪਰ ਅਕਾਲ ਪੁਰਖ ਕੇਵਲ ਇੱਕੋ ਇੱਕ ਹੈ। ਇਸ ਸੰਸਾਰ ਦੇ ਵਿੱਚ ਅਨੇਕ ਸ਼ਕਤੀਆਂ ਦੀ ਪੂਜਾ ਕੀਤੀ ਜਾ ਰਹੀ ਹੈ, ਬ੍ਰਹਮਾ ਵਿਸ਼ਨ ਮਹੇਸ਼ ਆਦਿ ਦੀ ਵੀ ਪੂਜਾ ਕੀਤੀ ਜਾ ਰਹੀ ਹੈ, ਪਰ ਉਹ ਜੋ ਇੱਕ ਓਂਕਾਰ ਹੈ, ਜੋ ਅਕਾਲ ਪੁਰਖ ਹੈ, ਜੋ ਵਾਹਿਗੁਰੂ ਹੈ, ਉਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਵੱਡੇ ਤੋਂ ਵੱਡੇ ਦੇਵੀ ਦੇਵਤੇ ਜੋ ਹਨ ਅਤੇ ਹੋਰ ਪੀਰ ਪੈਗੰਬਰ ਰਿਸ਼ੀ ਮੁਨੀ ਜੋ ਵੀ ਹੋਏ ਹਨ, ਸਭ ਨੂੰ ਅਕਾਲ ਪੁਰਖ ਨੇ ਹੀ ਸ਼ਕਤੀ ਦਿੱਤੀ ਹੈ, ਪਰ ਉਹ ਆਪ ਕੇਵਲ ਇੱਕ ਹੈ, ਨਿਰਗੁਣ ਬ੍ਰਹਮ ਸਰੂਪ ਹੈ। ਇਸ ਕਰਕੇ ਉਹ ਇੱਕੋ ਇੱਕ ਹੈ, ਉਸ ਦੇ ਕੋਈ ਦੋ ਸਰੂਪ, ਤਿੰਨ ਸਰੂਪ, ਚਾਰ ਸਰੂਪ ਨਹੀਂ ਹਨ। ਜਾਪ ਸਾਹਿਬ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਜੋ ਕਿਰਤਮ ਨਾਮ ਕਥਨ ਕਰਨੇ ਕੀਤੇ ਹਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨਿਰਗੁਣ ਅਕਾਲ ਪੁਰਖ ਦੀ ਜਦੋਂ ਗੱਲ ਕਰਦੇ ਹਨ ਤਾਂ ਆਖਦੇ ਹਨ ਕਿ ਉਹ ਕੇਵਲ ਔਰ ਕੇਵਲ ਇੱਕ ਹੈ ਅਤੇ ਓਂਕਾਰ ਹੈ। ਓਂਕਾਰ ਦਾ ਅਰਥ ਇਹ ਹੈ ਗੁਰਮੁਖੋ ਕਿ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਤੋਂ ਭਾਵ ਸੱਤਾ ਦੇਣ ਵਾਲਾ, ਉਸ ਨੂੰ ਤਾਕਤ ਦੇਣ ਵਾਲਾ, ਸਾਰੇ ਜੀਵ ਜਨਤਾ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਤਾਕਤ ਜੋ ਹੈ ਉਹੀ ਸਮਾਈ ਹੋਈ ਹੈ।
ਜਿਤਨੇ ਵੀ ਜੀਵ ਜੰਤ ਆਪਾਂ ਨੂੰ ਨਜ਼ਰ ਆਉਂਦੇ ਹਨ ਗੁਰਮੁਖੋ, ਜੋ ਵੀ ਸ੍ਰਿਸ਼ਟੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ, ਜੇ ਤੁਸੀਂ ਨਿਰਗੁਣ ਰੂਪ ਦੇ ਵਿੱਚ ਜਾ ਕੇ ਅਭਿਆਸ ਕਰਕੇ ਦੇਖੋ, ਕੇਵਲ ਔਰ ਕੇਵਲ ਇੱਕੋ ਹੀ ਸ਼ਕਤੀ ਬਿਰਾਜਮਾਨ ਨਜ਼ਰ ਆਏਗੀ। ਉਹ ਸ਼ਕਤੀ ਦਾ ਨਾਮ ਓੰਕਾਰ ਹੈ। ਓੰਕਾਰ ਤੋਂ ਭਾਵ ਹੈ ਸਾਰਿਆਂ ਨੂੰ ਹੀ ਪ੍ਰਕਾਸ਼ ਦੇਣ ਵਾਲਾ ਗੁਰਮੁਖੋ। ਜਿਹੜਾ ਵੀ ਜੀਵ ਓੰਕਾਰ ਜਪਦਾ ਹੈ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਜਦੋਂ ਇਸ ਤਰ੍ਹਾਂ ਜਪਦਾ ਹੈ ਗੁਰਮੁਖੋ, ਉਸ ਦੇ ਅੰਦਰਲੇ ਕੀਤੇ ਸਮਸਤ ਪਾਪਾਂ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਦੇ ਅੰਦਰ ਜਿਤਨੀ ਵੀ ਮੈਲ ਲੱਗੀ ਹੋਈ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਗੁਰਮੁਖਾ, ਅਤੇ ਉਹ ਇੱਕ ਰੂਪ ਹੋਣਾ ਸ਼ੁਰੂ ਹੋ ਜਾਂਦਾ ਹੈ ਗੁਰਮੁਖੋ। ਕਿਉਂਕਿ ਸਾਡਾ ਮਨ ਅਲੱਗ-ਅਲੱਗ ਭਾਗਾਂ ਦੇ ਵਿੱਚ ਬਟਿਆ ਹੋਇਆ ਹੈ। ਅਸੀਂ ਦਵੈਸ਼ ਦੇ ਵਿੱਚ ਹਾਂ, ਦੁਚਿੱਤੀ ਦੇ ਵਿੱਚ ਹਾਂ, ਰਜੋ ਤਮੋ ਸਤੋ ਗੁਣ ਦੇ ਵਿੱਚ ਵਿਚਰਦੇ ਹਾਂ ਗੁਰਮੁਖੋ। ਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਦੋਂ ਅਸੀਂ ਇੱਕ ਓੰਕਾਰ ਦਾ ਜਾਪ ਕਰਦੇ ਹਾਂ, ਸਾਡੀ ਜੋ ਸੁਰਤ ਹੈ ਉਹ ਸਿਮਟ ਕੇ ਕੇਵਲ ਔਰ ਕੇਵਲ ਇੱਕ ਤੇ ਆ ਜਾਂਦੀ ਹੈ। ਅਤੇ ਜਦੋਂ ਇੱਕ ਦੇ ਨਾਲ ਓੰਕਾਰ ਦਾ ਜਾਪ ਹੁੰਦਾ ਹੈ ਗੁਰਮੁਖੋ, ਤਾਂ ਸੱਚ ਜਾਣਿਓ ਸਾਡੇ ਅੰਦਰ ਦੀ ਜੋ ਅਵਸਥਾ ਹੈ ਖੁੱਲ੍ਹਣੀ ਸ਼ੁਰੂ ਹੋ ਜਾਂਦੀ ਹੈ। ਸਾਡੀ ਸੁਰਤ ਜੋ ਹੈ ਨਾਭੀ ਮੰਡਲ ਤੋਂ ਲੈ ਕੇ ਦਸਮ ਦੁਆਰ ਨੂੰ ਜਾਣਾ ਸ਼ੁਰੂ ਕਰ ਦਿੰਦੀ ਹੈ ਗੁਰਮੁਖੋ। ਸੋ ਇਹ ਮੰਤਰ, ਇਹ ਜੋ ਸ਼ਬਦ ਹੈ ਇਤਨਾ ਕੁ ਸ਼ਕਤੀਸ਼ਾਲੀ ਹੈ ਕਿ ਜਦੋਂ ਅਸੀਂ ਇਸ ਦਾ ਉਚਾਰਨ ਕਰਦੇ ਹਾਂ, ਜਿਸ ਤਰ੍ਹਾਂ ਹੁਣ ਆਪਾਂ ਉਚਾਰਨ ਕਰਾਂਗੇ, ਇੱਕ ਓੰਕਾਰ, ਉਚਾਰਨ ਮਾਤਰ ਦੇ ਨਾਲ ਇਹ ਰੱਖਿਆ ਕਰਨੇ ਸ਼ੁਰੂ ਕਰ ਦਿੰਦਾ ਹੈ। ਤੁਸੀਂ ਇਸ ਗੱਲ ਦਾ ਪ੍ਰੈਕਟੀਕਲ ਤਜਰਬਾ ਕਰਕੇ ਦੇਖ ਸਕਦੇ ਹੋ ਗੁਰਮੁਖੋ। ਜੇ ਤੁਹਾਨੂੰ ਕਦੇ ਭੈ ਮਹਿਸੂਸ ਹੋਵੇ ਕਿਸੇ ਸਥਾਨ ਤੇ ਜਾਂਦਿਆਂ ਨੂੰ, ਇਕਾਂਤ ਦੇ ਵਿੱਚ ਜਾਂ ਰਾਤ ਨੂੰ ਜਾਂ ਕਿਸੇ ਵੀ ਵੇਲੇ ਗੁਰਮੁਖੋ, ਉਸੇ ਵੇਲੇ ਮੁਖ ਚੋਂ ਬੋਲ ਕੇ ਪ੍ਰੇਮ ਨਾਲ ਅਤੇ ਬੜੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਦਬ ਸਤਿਕਾਰ ਦੇ ਨਾਲ ਕਰਿਓ, ਜਾਪ ਕਰਿਓ, ਇੱਕ ਓੰਕਾਰ। ਉਸੇ ਵੇਲੇ ਭੈ ਸਮਾਪਤ ਹੋ ਜਾਏਗਾ ਅਤੇ ਮਨ ਅਤੇ ਸਰੀਰ ਦੇ ਵਿੱਚ ਅਗੰਮੀ ਤਾਕਤ ਮਹਿਸੂਸ ਹੋਏਗੀ ਅਤੇ ਜੋ ਹੈ ਨਿਰਭੈਤਾ ਪ੍ਰਾਪਤ ਹੋਏਗੀ ਗੁਰਮੁਖੋ। ਕਿਉਂਕਿ ਇੱਕ ਓੰਕਾਰ ਦੇ ਅੱਗੇ ਸਾਰੀਆਂ ਹੀ ਸ਼ਕਤੀਆਂ ਸਿਰ ਨਿਭਾਉਂਦੀਆਂ ਹਨ, ਕਿਉਂਕਿ ਇਹ ਇੱਕ ਓੰਕਾਰ ਹੀ ਸਭ ਨੂੰ ਸ਼ਕਤੀ ਦੇਣ ਵਾਲਾ ਹੈ। ਚਾਹੇ ਕਿਤਨੇ ਵੀ ਵੱਡੇ ਸ਼ੂਰਬੀਰ ਯੋਧੇ ਹੋਏ ਹਨ ਜਾਂ ਕੋਈ ਰਿਸ਼ੀ ਮੁਨੀ ਸੰਤ ਜਨ ਹੋਏ ਹਨ, ਭਗਤ ਜਨ ਹੋਏ ਹਨ ਗੁਰਮੁਖੋ, ਜਿਨ੍ਹਾਂ ਦੇ ਅੰਦਰ ਅਧਿਆਤਮਿਕ ਸ਼ਕਤੀ ਦਾ ਪ੍ਰਵਾਹ ਹੈ ਅਤੇ ਜਿਨ੍ਹਾਂ ਦੇ ਅੰਦਰ ਦੈਵੀ ਸ਼ਕਤੀ ਦਾ ਪ੍ਰਵਾਹ ਹੈ, ਉਹ ਸਾਰੀ ਸ਼ਕਤੀ ਇੱਕ ਓੰਕਾਰ ਦੀ ਹੋਇਆ ਕਰਦੀ ਹੈ। ਸੰਸਾਰ ਦੇ ਵਿੱਚ ਅੱਜ ਤੱਕ ਜਿਤਨੇ ਵੀ ਮਹਾਬਲੀ ਜੋ ਸੂਰਬੀਰ ਯੋਧੇ ਪੈਦਾ ਹੋਏ ਹਨ, ਉਹ ਸਾਰਿਆਂ ਦੇ ਅੰਦਰ ਜੋ ਸ਼ਕਤੀ ਸੀ, ਉਹਨਾਂ ਦੇ ਅਸਤਰਾਂ ਅਤੇ ਸ਼ਸਤਰਾਂ ਦੇ ਅੰਦਰ ਜੋ ਸ਼ਕਤੀ ਸੀ, ਉਹ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਸੀ ਗੁਰਮੁਖੋ। ਅਤੇ ਜਿਨ੍ਹਾਂ ਨੇ ਸਹਿਜ ਅਵਸਥਾ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਟਿਕਾਉ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ 9 ਦੁਆਰਿਆਂ ਦੇ ਵਿੱਚੋਂ ਆਪਣੀ ਸੁਰਤ ਨੂੰ ਕੱਢ ਕੇ ਦਸਮ ਦੁਆਰ ਦੇ ਵਿੱਚ ਟਿਕਾ ਕੇ ਅਕਾਲ ਪੁਰਖ ਦੇ ਨਿਰਗੁਣ ਬ੍ਰਹਮ ਸਰੂਪ ਆਨੰਦਮਈ ਸਰੂਪ ਦੇ ਵਿੱਚ ਟਿਕਾਉਣਾ ਕੀਤਾ ਹੈ, ਉਹਨਾਂ ਨੇ ਸਾਰੀ ਕਿਰਪਾ ਇਸ ਇੱਕ ਓੰਕਾਰ ਤੋਂ ਹੀ ਪ੍ਰਾਪਤ ਕੀਤੀ ਹੈ। ਅਤੇ ਜਿਹੜੇ ਗੁਰਮੁਖ ਜਨ, ਗੁਰਸਿੱਖ ਜਨ ਇੱਕ ਓੰਕਾਰ ਦਾ ਜਾਪ ਕਰਦੇ ਹਨ, ਉਹ ਜਾਪ ਕਰਨ ਉਹਨਾਂ ਦੇ ਅੰਦਰ ਆਤਮਿਕ ਟਿਕਾਉ ਬਣਾਏਗਾ ਤੇ ਟਿਕਾਉ ਵੀ ਐਸਾ ਬਣੇਗਾ ਗੁਰਮੁਖੋ, ਮਹਾ ਆਨੰਦ ਬਣਾਏਗਾ। ਉਹ ਰਸ ਤੁਸੀਂ ਕਿਸੇ ਨੂੰ ਦੱਸ ਨਹੀਂ ਸਕੋਗੇ ਗੁਰਮੁਖ ਪਿਆਰਿਓ। ਅੰਦਰ ਹੀ ਅੰਦਰ ਰਸ ਤਾਂ ਮਾਣੋਗੇ ਪਰ ਦੱਸ ਨਹੀਂ ਸਕਦੇ ਕਿਸੇ ਨੂੰ ਗੁਰਮੁਖ ਪਿਆਰਿਓ। ਅਤੇ ਉਹ ਰਸ ਐਸਾ ਹੋਏਗਾ ਕਿ ਸਰੀਰ ਤੋਂ ਤੁਹਾਡੀ ਸੁਰਤ ਨੂੰ ਉੱਚਾ ਚੁੱਕ ਦੇਗਾ ਅਤੇ ਜਿਤਨੀਆਂ ਵੀ ਸੰਸਾਰ ਦੀਆਂ ਦਾਤਾਂ ਹਨ ਉਹ ਸਹਿਜੇ ਸਹਿਜੇ ਆਪਣੇ ਆਪ ਹੀ ਤੁਹਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਰ ਤੁਸੀਂ ਇੱਛਾ ਨਾ ਕਰਿਓ ਕਿ ਸੰਸਾਰ ਦੀਆਂ ਦਾਤਾਂ ਸਾਨੂੰ ਮਿਲਣ, ਸਾਡੇ ਆਹ ਕਾਰਜ ਹੋ ਜਾਣ, ਸਾਡੇ ਆਹ ਕਾਰਜ ਸਿਰੇ ਚੜ ਜਾਣ। ਤੁਸੀਂ ਕੇਵਲ ਔਰ ਕੇਵਲ ਇੱਕ ਓੰਕਾਰ ਦੀ ਪ੍ਰਾਪਤੀ ਵਾਸਤੇ ਇੱਕ ਓੰਕਾਰ ਦਾ ਜਾਪ ਕਰੋ। ਤੁਸੀਂ ਦੇਖੋਗੇ ਸਾਰੇ ਹੀ ਦਿਵ ਮੰਡਲ ਆਪਣੇ ਆਪ ਹੀ ਖੁੱਲ੍ਹਣਾ ਸ਼ੁਰੂ ਹੋ ਜਾਣਗੇ। ਜੋ ਇਸ ਮਾਤਲੋਕ ਤੋਂ ਅਕਾਲ ਪੁਰਖ ਦੇ ਚਰਨਾਂ ਦਾ ਰਸਤਾ ਹੈ ਉਹ ਸਹਿਜੇ ਹੀ ਤੈਅ ਹੋਣਾ ਸ਼ੁਰੂ ਹੋ ਜਾਏਗਾ। ਸਹਿਜੇ ਸਹਿਜੇ ਬੈਖਰੀ, ਮਧਮਾ, ਪਸੰਤੀ, ਪਰਾ, ਇਹਨਾਂ ਚਾਰੇ ਬਾਣੀਆਂ ਦੇ ਰਸਤੇ ਦੁਆਰਾ ਹੋ ਕੇ ਫਿਰ ਜੋ ਹੈ ਨਿਰਗੁਣ ਬ੍ਰਹਮ ਦੇ ਮੰਡਲ ਨੂੰ ਚਲਿਆ ਜਾਏਗਾ। ਉਸ ਨਿਰਗੁਣ ਬ੍ਰਹਮ ਦੇ ਮੰਡਲ ਦੇ ਵਿੱਚ ਪਹਿਲਾਂ ਸੁਰਤ ਟਿਕਦੀ ਹੈ ਗੁਰਮੁਖੋ। ਬੈਖਰੀ, ਮਧਮਾ, ਪਸੰਤੀ, ਪਰਾ ਇਹ ਕੀ ਹੈ? ਜਦੋਂ ਬੋਲ ਕੇ ਜਾਪ ਕਰਦੇ ਹਾਂ ਮਨ ਦਾ ਟਿਕਾਉ ਬਣਦਾ ਹੈ, ਉਸ ਨੂੰ ਬੈਖਰੀ ਆਖਿਆ ਜਾਂਦਾ ਹੈ। ਉਸ ਦਾ ਫਲ ਜੋ ਹੈ ਇੱਕ ਗੁਣਾ ਹੀ ਹੈ ਗੁਰਮੁਖੋ। ਪਰ ਜਿਸ ਤਰ੍ਹਾਂ ਜੋ ਹੈ ਮੁਖ ਨੂੰ ਬੰਦ ਰੱਖਿਆ ਜਾਵੇ, ਜੀਭ ਹਿੱਲੇ ਅਤੇ ਅੰਦਰ ਜਾਪ ਕੀਤਾ ਜਾਵੇ ਗੁਰਮੁਖੋ, ਬੈਖਰੀ ਮਧਮਾ ਆਖਦੇ ਹਨ, ਉਸ ਤੋਂ ਅੱਗੇ ਉਸ ਨੂੰ ਮਧਮਾ ਆ ਜਾਂਦੀ ਹੈ। ਉਹ ਜੋ ਮਧਮਾ ਹੈ ਉਸ ਦਾ ਫਲ ਜੋ ਹੈ 10 ਗੁਣਾ ਵੱਧ ਜਾਂਦਾ ਹੈ ਗੁਰਮੁਖੋ। ਉੱਥੇ ਤੁਹਾਡੀ ਜੋ ਹਲਕੀ ਹਲਕੀ ਜੀਭ ਹਿੱਲਦੀ ਹੈ,
ਤੇ ਪਰ ਮੁਖ ਬੰਦ ਰਹਿੰਦਾ ਹੈ, ਉਸ ਦਾ ਜਾਪ 10 ਗੁਣਾ ਹੈ। ਪਰ ਉਸ ਤੋਂ ਅੱਗੇ ਜਦੋਂ ਮਨ ਹੋਰ ਗਹਿਰਾਈ ਦੇ ਵਿੱਚ ਸੁਰਤ ਚਲੀ ਜਾਂਦੀ ਹੈ ਗੁਰਮੁਖੋ, ਤਾਂ ਮੁਖ ਤਾਂ ਬੰਦ ਰਹਿੰਦਾ ਹੈ, ਜੀਭ ਵੀ ਹਿਲਣੀ ਬੰਦ ਹੋ ਜਾਂਦੀ ਹੈ ਅਤੇ ਮਨ ਦੇ ਅੰਤਰੀਵ ਹਿਰਦੇ ਦੇ ਵਿੱਚ, ਅੰਤਰੀਵ ਤਲ ਦੇ ਵਿੱਚ ਜਾਪ ਹੁੰਦਾ ਹੈ, ਚਾਹੇ ਉਹ ਇੱਕ ਓੰਕਾਰ ਦਾ ਹੈ, ਵਾਹਿਗੁਰੂ ਦਾ ਹੈ, ਮੂਲ ਮੰਤਰ ਦਾ ਹੈ, ਜਾਂ ਗੁਰਬਾਣੀ ਦਾ ਹੈ, ਜਾਂ ਰਾਮ ਨਾਮ ਦਾ ਹੈ, ਕਿਸੇ ਵੀ ਅੱਲਾ ਨਾਮ ਦਾ ਹੈ, ਕਿਸੇ ਵੀ ਨਾਮ ਦਾ ਹੈ। ਉਹ ਜਦੋਂ ਉਸ ਅਵਸਥਾ 'ਚ ਚਲਿਆ ਗਿਆ ਤਾਂ ਉੱਥੇ ਉਸ ਦਾ ਜੋ ਫਲ ਹੈ 100 ਗੁਣਾ ਵੱਧ ਜਾਏਗਾ ਅਤੇ ਮਨ ਦਾ ਟਿਕਾਊ ਵੀ ਵੱਧ ਜਾਏਗਾ, ਮਨ ਦੇ ਫੁਰਨੇ ਵੀ ਰੁਕ ਜਾਣਗੇ ਗੁਰਮੁਖ ਗੁਰਸਿੱਖ ਪਿਆਰਿਓ। ਅਤੇ ਉਸ ਤੋਂ ਅੱਗੇ ਪਰਾ ਬਾਣੀ ਆਉਂਦੀ ਹੈ ਗੁਰਮੁਖੋ। ਉਹ ਪਰਾ ਬਾਣੀ ਸਾਡੇ ਨਾਭ ਕਮਲ ਦੇ ਅੰਦਰ ਚੱਲਦੀ ਹੈ, ਜਿੱਥੇ ਪ੍ਰਕਾਸ਼ ਹੈ, ਜਿੱਥੇ ਆਨੰਦ ਹੈ, ਜਿੱਥੇ ਸੁੱਖ ਹੈ ਗੁਰਮੁਖੋ। ਉਸ ਪਰਾ ਬਾਣੀ ਦੇ ਵਿੱਚ ਜਾ ਕੇ ਜਦੋਂ ਜਾਪ ਕਰਦਾ ਹੈ, ਉੱਥੇ ਇਸ ਨੂੰ ਸਰੀਰ ਦਾ ਖਿਆਲ ਨਹੀਂ ਰਹੇਗਾ ਗੁਰਮੁਖੋ। ਉੱਥੇ ਜੀਭ ਵੀ ਨਹੀਂ ਹਿੱਲੇਗੀ, ਮੁਖ ਵੀ ਨਹੀਂ ਹਿੱਲੇਗਾ ਅਤੇ ਜਾਪ ਜੋ ਹੈ ਹਿਰਦੇ ਦੇ ਅੰਦਰ ਚਲਿਆ ਜਾਏਗਾ ਤੇ ਸਰੀਰ ਦੇ ਅੰਦਰ ਚਰਨਾਹਟ ਜੋ ਛਿੜੇਗੀ ਗੁਰਮੁਖ ਪਿਆਰਿਓ। ਇਸ ਤਰ੍ਹਾਂ ਮਹਿਸੂਸ ਹੋਏਗਾ ਜਿਸ ਤਰ੍ਹਾਂ ਕਰੰਟ ਦਾ ਝਟਕਾ ਸਾਰੇ ਸਰੀਰ ਦੇ ਵਿੱਚ ਹਲਕਾ ਹਲਕਾ ਲੱਗ ਰਿਹਾ ਹੈ ਗੁਰਮੁਖੋ। ਉਸ ਤੋਂ ਅੱਗੇ ਰੋਮ ਰੋਮ ਸਿਮਰਨ ਦੀ ਅਵਸਥਾ ਆਉਂਦੀ ਹੈ ਗੁਰਮੁਖੋ। ਉਸ ਰੋਮ ਰੋਮ ਸਿਮਰਨ ਦੇ ਵਿੱਚ ਕੀ ਹੁੰਦਾ ਹੈ ਗੁਰਸਿੱਖ ਗੁਰਮੁਖ ਪਿਆਰਿਓ, ਸਾਡੇ ਸਾਰੇ ਰੋਮਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਸ਼ਬਦ ਚੱਲ ਪੈਂਦਾ ਹੈ ਗੁਰਮੁਖੋ। ਸਾਰੇ ਰੋਮਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਮਹਿਸੂਸ ਹੋਏਗੀ। ਇੱਕ ਓੰਕਾਰ ਵਾਹਿਗੁਰੂ ਜਾਂ ਮੂਲ ਮੰਤਰ ਜੋ ਵੀ ਜਾਪ ਤੁਸੀਂ ਕਰਦੇ ਹੋ, ਉਹ ਸਾਰੇ ਸ਼ਬਦ ਇੱਕੋ ਹੀ ਹਨ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ, ਨਾਨਕ ਆਕਾ ਦਾਸ ਹੈ ਸੋਈ ਨਿਰੰਜਨ ਦਿਓ। ਸਾਰੇ ਸ਼ਬਦ ਇੱਕ ਅਕਾਲ ਪੁਰਖ ਤੋਂ ਹੀ ਉਪਜੇ ਹਨ, ਇੱਕੋ ਸ਼ਬਦ ਤੋਂ ਉਪਜੇ ਹਨ। ਸੋ ਸਾਰੇ ਸ਼ਬਦਾਂ ਦੀ ਤਾਕਤ ਇੱਕੋ ਹੀ ਹੈ ਗੁਰਮੁਖੋ। ਚਾਹੇ ਤੁਸੀਂ ਓੰਕਾਰ ਜਪ ਲਓ, ਚਾਹੇ ਤੁਸੀਂ ਵਾਹਿਗੁਰੂ ਜਪ ਲਓ, ਚਾਹੇ ਤੁਸੀਂ ਮੂਲ ਮੰਤਰ ਜਪ ਲਓ, ਅੰਤ ਨੂੰ ਇਹਨਾਂ ਨੇ ਸਾਰਿਆਂ ਨੇ ਇੱਕ ਹੀ ਬਣ ਜਾਣਾ ਹੈ। ਉਲਟ ਕੇ ਅੰਤ ਨੂੰ ਸਾਰੇ ਸ਼ਬਦ ਵਾਹਿਗੁਰੂ ਮੰਤਰ ਬਣ ਜਾਂਦੇ ਹਨ। ਜਿਹੜੇ ਕੋਈ ਗੁਰਮੁਖ ਗੁਰਸਿੱਖ ਮੂਲ ਮੰਤਰ ਜਪਦੇ ਹਨ, ਉਹ ਅੰਤ ਨੂੰ ਉਲਟ ਕੇ ਜਾਪ ਜਦੋਂ ਗਹਿਰਾਈ ਦੇ ਵਿੱਚ ਹਿਰਦੇ ਵਿੱਚ ਚਲਿਆ ਜਾਂਦਾ ਹੈ ਤਾਂ ਉਹ ਜਾਪ ਉਲਟ ਕੇ ਵਾਹਿਗੁਰੂ ਮੰਤਰ ਹੀ ਬਣ ਜਾਂਦਾ ਹੈ। ਜਿਨ੍ਹਾਂ ਨੇ ਅਭਿਆਸ ਕੀਤਾ ਹੈ ਕਈ ਲੱਖ ਮੂਲ ਮੰਤਰ ਜਾਂ ਜੋ ਕਿਸੇ ਹੋਰ ਮੰਤਰ ਦਾ ਜਾਪ ਕੀਤਾ ਹੈ, ਅੰਦਰੋਂ ਉਲਟ ਕੇ ਵਾਹਿਗੁਰੂ ਮੰਤਰ ਹੀ ਰਹਿ ਜਾਏਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਿੱਧਾ ਵਾਹਿਗੁਰੂ ਮੰਤਰ ਹੀ ਦੇ ਦਿੱਤਾ ਹੈ, ਕਿਉਂਕਿ ਸਾਰੇ ਮੰਤਰਾਂ ਨੇ ਅੰਤ ਨੂੰ ਜਾ ਕੇ ਇਸ ਦੇ ਵਿੱਚ ਹੀ ਸਮਾ ਜਾਣਾ ਹੈ ਗੁਰਮੁਖੋ। ਸੋ ਗੁਰੂ ਜੀ ਦੇ ਪਿਆਰਿਓ, ਆਪਾਂ ਵਿਚਾਰ ਕਰ ਰਹੇ ਸੀ ਰੋਮ ਰੋਮ ਸਿਮਰਨ ਦੀ ਅਵਸਥਾ ਕੀ ਹੈ। ਰੋਮ ਰੋਮ ਸਿਮਰਨ ਬੈਖਰੀ ਮਧਮਾ ਬਸੰਤੀ ਪਰਾ। ਉਸ ਤੋਂ ਅੱਗੇ ਰੋਮ ਰੋਮ ਸਿਮਰਨ ਦੇ ਵਿੱਚ ਜਦੋਂ ਸੁਰਤ ਜਾਏਗੀ ਤਾਂ ਸਾਰੇ ਰੋਮਾਂ ਦੇ ਵਿੱਚ, ਸਰੀਰ ਦੇ ਵਿੱਚ ਜਿਸ ਵੀ ਮੰਤਰ ਗੁਰਮੰਤਰ ਦਾ ਤੁਸੀਂ ਜਾਪ ਕਰਦੇ ਹੋ, ਉਹ ਤੁਹਾਨੂੰ ਮਹਿਸੂਸ ਹੋਏਗਾ ਗੁਰਮੁਖ ਗੁਰਸਿੱਖ ਪਿਆਰਿਓ। ਅਤੇ ਸਰੀਰ ਦੇ ਵਿੱਚ ਝਰਨਾਹਟਾਂ ਛਿੜਨਗੀਆਂ ਗੁਰਮੁਖੋ। ਅਗੰਮੀ ਅਕਹ ਰਸ ਜੋ ਹੈ ਉਹ ਆਏਗਾ, ਪਰ ਤੁਸੀਂ ਕਿਸੇ ਨੂੰ ਬਿਆਨ ਨਹੀਂ ਕਰ ਪਾਓਗੇ। ਨੇਤਰ ਰਸ ਨਾਲ ਭਰੇ ਰਹਿਣਗੇ। ਅੰਤਰੀਵ ਮਨ ਜੋ ਹੈ, ਇਹ ਜੋ ਮਸਤਕ ਜੋ ਹੈ, ਇਹ ਰਸ ਨਾਲ ਭਰਿਆ ਰਹੇਗਾ। ਬੋਲਣ ਦੀ ਅਵਸਥਾ ਬੰਦ ਹੋ ਜਾਏਗੀ ਗੁਰਮੁਖੋ। ਬਹੁਤ ਘੱਟ ਬਚਨ ਕਰਨ ਨੂੰ ਜੀ ਕਰੇਗਾ, ਪਰ ਰਸ ਕਿਸੇ ਨੂੰ ਦੱਸ ਨਹੀਂ ਪਾਉਂਗੇ। ਅੰਦਰ ਹੀ ਅੰਦਰ ਰਸ ਮਾਣੋਗੇ। ਸਾਰਾ ਸਰੀਰ ਆਤਮਿਕ ਰਸ ਦੇ ਵਿੱਚ ਡੁੱਬਿਆ ਰਹੇਗਾ ਅਤੇ ਸੰਸਾਰ ਦੇ ਵਿਸ਼ੇ ਵਿਕਾਰ ਤੁਹਾਨੂੰ ਜੋ ਹੈ ਝੂਠੇ ਭਾਸਣਗੇ, ਸੰਸਾਰ ਝੂਠਾ ਭਾਸੇਗਾ। ਰੋਮ ਰੋਮ ਸਿਮਰਨ ਤੋਂ ਅੱਗੇ ਕੀ ਹੋਏਗਾ, ਇਹ ਵਿਚਾਰ ਉਹਨਾਂ ਗੁਰਸਿੱਖਾਂ ਲਈ ਹੈ ਜਿਹੜੇ ਨਾਮ ਜਪਦੇ ਹਨ, ਅਭਿਆਸ ਕਰਦੇ ਹਨ ਗੁਰਮੁਖ ਗੁਰਸਿੱਖ ਪਿਆਰਿਓ। ਤੋ ਰੋਮ ਰੋਮ ਸਿਮਰਨ ਤੋਂ ਅੱਗੇ ਨਿਰਗੁਣ ਅਕਾਲ ਪੁਰਖ ਦੀ ਅਵਸਥਾ ਸ਼ੁਰੂ ਹੋ ਜਾਂਦੀ ਹੈ ਗੁਰਮੁਖੋ। ਉੱਥੇ ਇਹ ਜੋ ਸੰਸਾਰ ਆਪ ਜੀ ਨੂੰ ਦਿਖ ਰਿਹਾ ਹੈ, ਇਹ ਨਜ਼ਰ ਨਹੀਂ ਆਏਗਾ। ਉੱਥੇ ਸਿਮਰਨ ਤਾਂ ਹੋਏਗਾ, ਆਤਮਿਕ ਸਿਮਰਨ ਹੋਏਗਾ, ਰੋਮਾਂ ਦੇ ਵਿੱਚ ਸਿਮਰਨ ਹੋਏਗਾ, ਪਰ ਸਰੀਰ ਮਹਿਸੂਸ ਨਹੀਂ ਹੋਏਗਾ। ਇਸ ਤਰ੍ਹਾਂ ਮਹਿਸੂਸ ਹੋਏਗਾ, ਇਸ ਤਰ੍ਹਾਂ ਨਜ਼ਰ ਆਏਗਾ ਜਿਸ ਤਰ੍ਹਾਂ ਸੰਸਾਰ ਹੈ ਹੀ ਨਹੀਂ ਅਤੇ ਨਾ ਸੰਸਾਰ ਦੀ ਕਦੇ ਰਚਨਾ ਹੋਈ ਹੈ। ਇਸ ਤਰ੍ਹਾਂ ਪ੍ਰਤੀਤ ਹੋਏਗਾ ਕਿ ਕੇਵਲ ਮੈਂ ਹੀ ਸੱਚ ਹਾਂ, ਮੈਂ ਸਾਰੇ ਪਾਸੇ ਫੈਲਿਆ ਹੋਇਆ ਹਾਂ। ਇਹ ਆਤਮ ਗਿਆਨ ਦੀ ਜੋ ਅਵਸਥਾ ਹੈ ਗੁਰਮੁਖ ਗੁਰਸਿੱਖ ਪਿਆਰਿਓ, ਇੱਥੇ ਆਪਣੀ ਆਤਮਾ ਦੂਰ ਦੂਰ ਤੱਕ ਪਸਰੀ ਨਜ਼ਰ ਆਏਗੀ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਉੱਥੇ ਅਵਸਥਾ ਦੇ ਵਿੱਚ ਜਾ ਸਮਾਏਗਾ ਅਤੇ ਦੂਰ ਦੂਰ ਤੱਕ ਜਦੋਂ ਨਜ਼ਰ ਆਏਗਾ, ਅਨੁਭਵ ਦੇ ਦੁਆਰਾ ਨੇਤਰ ਖੁੱਲ ਜਾਏਗਾ ਅੰਦਰ ਵਾਲਾ ਉੱਥੇ ਜਾ ਕੇ ਗੁਰਮੁਖੋ। ਅਤੇ ਸੰਸਾਰ ਵਾਲੀਆਂ ਅੱਖਾਂ ਜੋ ਬੰਦ ਹੋ ਜਾਣਗੀਆਂ, ਉੱਥੇ ਕੇਵਲ ਇੱਕੋ ਇੱਕ ਆਤਮਾ ਭਾਸੇਗਾ, ਚਾਰੇ ਪਾਸੇ ਪਸਰਿਆ ਹੋਇਆ ਗੁਰਮੁਖ ਗੁਰਸਿੱਖ ਪਿਆਰਿਓ। ਪਰ ਉੱਥੇ ਰੋਮ ਰੋਮ ਸਿਮਰਨ ਚੱਲਦਾ ਰਹੇਗਾ ਅਤੇ ਆਤਮਾ ਪਸਰਿਆ ਹੋਇਆ ਅਨੁਭਵ ਹੁੰਦਾ ਰਹੇਗਾ। ਫਿਰ ਸਹਿਜੇ ਸਹਿਜੇ ਕੀ ਹੋਏਗਾ ਗੁਰਮੁਖ ਗੁਰਸਿੱਖ ਪਿਆਰਿਓ, ਸੁਨ ਮੰਡਲ ਦੇ ਵਿੱਚ ਪ੍ਰਵੇਸ਼ ਕਰ ਜਾਏਗਾ। ਰੋਮ ਰੋਮ ਸਿਮਰਨ ਤੋਂ ਬਾਅਦ ਅੱਗੇ ਵਾਹਿਗੁਰੂ ਮੰਤਰ ਪੂਰਨ ਬ੍ਰਹਮੰਡ ਦੇ ਵਿੱਚ ਹਰ ਜਗ੍ਹਾ ਤੁਹਾਨੂੰ ਸੁਣਾਈ ਦੇਗਾ, ਆਪਣੇ ਅੰਦਰੋਂ ਸੁਣਾਈ ਦੇਗਾ। ਅਤੇ ਉਹ ਇਤਨੀ ਮਿੱਠੀ ਅਤੇ ਮਨਮੋਹਕ ਆਵਾਜ਼ ਹੈ ਕਿ ਮਨ ਉਸ ਦੇ ਵਿੱਚ ਟਿਕੇਗਾ। ਉਸ ਨੂੰ ਸੁਣਦਾ ਸੁਣਦਾ ਬਿਲਕੁਲ ਇਕਾਗਰ ਹੋ ਕੇ, ਬਿਲਕੁਲ ਟਿਕਾਓ ਦੇ ਵਿੱਚ ਹੋ ਕੇ ਸੁਣਦਾ ਰਹੇਗਾ
ਅਤੇ ਉਸ ਤੋਂ ਜਾ ਕੇ ਫਿਰ ਗੁਰਮੁਖ ਗੁਰਸਿੱਖ ਪਿਆਰਿਓ ਸੁਨ ਮੰਡਲ ਦੇ ਵਿੱਚ ਸਮਾ ਜਾਏਗਾ। ਉਸ ਮੰਡਲ ਦੇ ਵਿੱਚ ਕੁਝ ਵੀ ਨਹੀਂ ਹੈ ਗੁਰਮੁਖ ਪਿਆਰਿਓ, ਉੱਥੇ ਸਮਾਧੀ ਦੀ ਅਵਸਥਾ ਹੈ, ਨਾ ਉੱਥੇ ਕੋਈ ਭੁਰਨਾ ਹੈ, ਨਾ ਉੱਥੇ ਕੋਈ ਸੰਸਾਰ ਹੈ, ਨਾ ਉੱਥੇ ਸਿਮਰਨ ਹੈ, ਉੱਥੇ ਸਿਮਰਨ ਵੀ ਨਹੀਂ ਹੈ, ਕਿਉਂਕਿ ਜਾਪ ਮਰੇ ਅਜੱਪਾ ਮਰੇ ਅਨਹਦ ਭੀ ਮਰ ਜਾਏ ਸੁਰਤ ਸਮਾਈ ਸੁਨ ਮੈਂ ਤਾਕਾ ਕਾਲ ਨਾ ਖਾਏ। ਉੱਥੇ ਜਾਪ ਵੀ ਖਤਮ ਹੋ ਜਾਂਦਾ ਹੈ, ਜੱਪਾ ਜਾਪ ਵੀ ਬੰਦ ਹੋ ਜਾਂਦਾ ਹੈ, ਅਨਹਦ ਸ਼ਬਦ ਵੀ ਖਤਮ ਹੋ ਜਾਂਦਾ ਹੈ, ਉੱਥੇ ਕੇਵਲ ਸੁਨ ਅਵਸਥਾ ਹੈ ਗੁਰਮੁਖੋ। ਜਿਹੜੇ ਗੁਰਮੁਖ ਇਸ ਅਵਸਥਾ 'ਚ ਚਲੇ ਜਾਂਦੇ ਹਨ ਗੁਰਮੁਖੋ, ਇਹਦਾ ਅਰਥ ਇਹ ਹੈ ਕਿ ਉਹਨਾਂ ਦੇ ਅੰਤਰੀਵ ਕਰਮ ਸਮਾਪਤ ਹੋ ਗਏ ਹਨ। ਪਰ ਇਹ ਨਹੀਂ ਹੈ ਕਿ ਜੇ ਕਰਮ ਪੂਰਨਤਾ ਸਮਾਪਤ ਹੋ ਗਏ ਹਨ, ਕੁਝ ਹਿੱਸਾ ਰਹਿ ਗਿਆ ਹੈ ਹਲੇ, ਕਿਉਂਕਿ ਹਲੇ ਪਰਮੇਸ਼ਵਰ ਦੀ ਜੋਤ ਦਾ ਪ੍ਰਕਾਸ਼ ਨਹੀਂ ਹੋਇਆ ਹੈ ਗੁਰਮੁਖੋ। ਉਸ ਅਵਸਥਾ ਦੇ ਵਿੱਚ ਜਦੋਂ ਮਨ ਟਿਕੇਗਾ, ਉੱਥੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉੱਥੇ ਅਕਾਲ ਪੁਰਖ ਅੰਦਰ ਜੋਤ ਦਾ ਪ੍ਰਕਾਸ਼ ਕਰਦੇ ਹਨ। ਇਹ ਅਵਸਥਾ ਬਹੁਤ ਉੱਚੀ ਹੈ ਗੁਰਮੁਖ ਗੁਰਸਿੱਖ ਪਿਆਰਿਓ। ਇਹਨਾਂ ਅਵਸਥਾਵਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਤਰ੍ਹਾਂ ਕਈਆਂ ਨੂੰ ਜੋ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ, ਪਰ ਇਹਨਾਂ ਨੂੰ ਲੁਕੋ ਕੇ ਰੱਖਣਾ ਪੈਂਦਾ ਹੈ ਗੁਰਮੁਖੋਂ, ਨਹੀਂ ਅਕਾਲ ਪੁਰਖ ਦੇ ਜੋ ਭਾਣੇ ਦੇ ਵਿੱਚ ਅਸੀਂ ਵਿਘਨ ਦਾ ਕਾਰਨ ਬਣ ਜਾਂਦੇ ਹਾਂ, ਅਤੇ ਹੋਰ ਵੀ ਉਹਨਾਂ ਦੇ ਮਨ ਦੇ ਫੁਰਨੇ ਸੱਤ ਹੋਣ ਲੱਗ ਜਾਣਗੇ। ਸੰਸਾਰ ਦੀਆਂ ਵਸਤੂਆਂ ਉਹਨਾਂ ਦੇ ਕੋਲ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਣਗੀਆਂ, ਮਨ ਦਾ ਅਗੰਮੀ ਟਿਕਾਓ ਬਣਿਆ ਰਹੇਗਾ। ਸੋ ਬੇਨਤੀ ਇਹੀ ਹੈ ਗੁਰਮੁਖ ਗੁਰਸਿੱਖ ਪਿਆਰਿਓ, ਇਹ ਸਿਰਫ ਉਹਨਾਂ ਦੇ ਨਾਲ ਹੋਏਗਾ ਜਿਹੜੇ ਸਿਮਰਨ ਕਰਦੇ ਹਨ। ਸੰਸਾਰ ਦੇ ਵਿੱਚ ਆਮ ਦੇਖਣ ਨੂੰ ਮਿਲਦਾ ਹੈ ਕਿ ਸੰਸਾਰ ਜੋ ਹੈ ਬਹੁਤ ਖਪ ਰਿਹਾ ਹੈ, ਤਪ ਰਿਹਾ ਹੈ। ਸੰਸਾਰ ਦੇ ਜੀਵਾਂ ਦੇ ਨਾਲ ਜਦੋਂ ਵਿਚਰਨ ਦਾ ਮੌਕਾ ਮਿਲਦਾ ਹੈ ਤਾਂ ਸੁਣਨ ਨੂੰ ਮਿਲਦਾ ਹੈ ਸਾਰੇ ਦੁਖੀ ਹਨ, ਨਾਨਕ ਦੁਖੀਆ, ਸਭ ਸੰਸਾਰ ਵਾਲੀ ਗੱਲ ਬਿਲਕੁਲ ਸੱਤ ਹੋ ਪਾਸਦੀ ਹੈ। ਸੋ ਗੁਰਸਿੱਖ ਪਿਆਰਿਓ, ਆਪਾਂ ਦੁਖੀ ਕਿਉਂ ਹਾਂ? ਕਿਉਂਕਿ ਸਾਡੇ ਕੋਲ ਸਿਮਰਨ ਨਹੀਂ ਹੈ, ਨਾਮ ਨਹੀਂ ਹੈ, ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਨਹੀਂ ਹੈ। ਅਸੀਂ ਘੱਟੋ ਘੱਟ 2.5 ਘੰਟੇ ਜੇ ਸਿਮਰਨ ਦੀ ਨਿਤ ਹਾਜ਼ਰੀ ਭਰੀ ਹੈ, ਪਹਿਲਾਂ ਥੋੜੇ ਸਮੇਂ ਤੋਂ ਸ਼ੁਰੂ ਕਰ ਲਓ। ਪਹਿਲਾਂ ਅੱਧੇ ਘੰਟੇ ਤੋਂ ਸਿਮਰਨ ਸ਼ੁਰੂ ਕਰੀਦਾ ਹੁੰਦਾ ਹੈ, ਹੌਲੀ ਹੌਲੀ ਉਸ ਨੂੰ ਵਧਾ ਕੇ ਜੋ 2-2.5 ਘੰਟੇ ਤੱਕ ਜਦੋਂ ਅਸੀਂ ਸਿਮਰਨ ਲੈ ਜਾਵਾਂਗੇ, 1 ਸਾਲ 2 ਸਾਲ ਲਗਾਤਾਰ ਸਿਮਰਨ ਕਰੋ, ਸਾਰਾ ਜੀਵਨ ਬਦਲ ਜਾਏਗਾ ਗੁਰਮੁਖੋ। ਕਿਸੇ ਵੀ ਪਖੰਡੀਆਂ ਕੋਲੇ ਜਾਣ ਦੀ ਲੋੜ ਨਹੀਂ ਪਏਗੀ। ਹਾਂ, ਜੇ ਬ੍ਰਹਮ ਗਿਆਨੀ ਦੀ ਸੰਗਤ ਪ੍ਰਾਪਤ ਹੁੰਦੀ ਹੈ ਤਾਂ ਜ਼ਰੂਰ ਕਰੋ, ਪੂਰਨ ਸਾਧੂ ਦਾ ਮਿਲਾਪ ਹੁੰਦਾ ਹੈ, ਕਿਉਂਕਿ ਸਾਧੂ ਕੋਲੇ ਵਸਤੂ ਸਹਿਜੇ ਪ੍ਰਾਪਤ ਹੋ ਜਾਂਦੀ ਹੈ ਗੁਰਮੁਖੋ। ਪਰ ਸਾਧੂ ਦੀ ਨਿਸ਼ਾਨੀ ਹੁੰਦੀ ਹੈ, ਉਹ ਕੇਵਲ ਨਾਮ ਦੀ ਗੱਲ ਕਰਦਾ ਹੈ, ਕਿਉਂਕਿ ਸਤਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਮਹਾਤਮਾ ਲੋਕ ਤੁਹਾਨੂੰ ਕਰਮਕਾਂਡਾਂ ਵਾਲੇ ਪਾਸੇ ਨਹੀਂ ਲਾਉਣਗੇ, ਉਹ ਕੇਵਲ ਤੁਹਾਨੂੰ ਸਿਮਰਨ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ, ਸੇਵਾ ਕਰਨ ਵਾਸਤੇ ਪ੍ਰੇਰਨਾ ਕਰਨਗੇ, ਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚਲਾਉਣਗੇ, ਤੇ ਉਹ ਆਪਣੇ ਨਾਲ ਕਦੇ ਨਹੀਂ ਜੋੜਦੇ ਗੁਰਮੁਖ, ਉਹ ਗੁਰੂ ਦੇ ਨਾਲ ਜੋੜਨਗੇ। ਉਹ ਤੁਹਾਨੂੰ ਇਹੀ ਉਪਦੇਸ਼ ਕਰਨਗੇ ਭਾਈ ਕਿ 10 ਗੁਰੂ ਸਾਹਿਬਾਨ ਜੀ ਦੇ ਚਰਨਾਂ ਨਾਲ ਜੁੜੋ, ਗੁਰਬਾਣੀ ਹੀ ਸਾਡਾ ਗੁਰੂ ਹੈ, ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕੋ ਹੈ ਸੇਵਕ ਜਨ ਮਾਨਿਆ, ਪ੍ਰਤੱਖ ਗੁਰੂ ਨਿਸਤਾਰੇ। ਸੋ ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ, ਚਾਹੇ ਤੁਸੀਂ ਇੱਕ ਓੰਕਾਰ ਮੰਤਰ ਦਾ ਜਾਪ ਕਰੋ, ਚਾਹੇ ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਕਰੋ, ਚਾਹੇ ਤੁਸੀਂ ਮੂਲ ਮੰਤਰ ਦਾ ਜਾਪ ਕਰੋ, ਜਾਂ ਗੁਰਬਾਣੀ ਦੇ ਕਿਸੇ ਜੋ ਹੈ ਪਾਠ ਦਾ ਅਭਿਆਸ ਕਰੋ, ਜਿਸ ਤਰ੍ਹਾਂ ਜਪਜੀ ਸਾਹਿਬ, ਕਈ ਚੌਪਈ ਸਾਹਿਬ ਪੜ੍ਹਦੇ ਹਨ, ਕਈ ਦਸਮ ਗ੍ਰੰਥੀ ਬਾਣੀ ਪੜ੍ਹਦੇ ਹਨ, ਜਿਸ ਤਰ੍ਹਾਂ ਵੀ ਅਭਿਆਸ ਕਰੋ, ਅਵਸਥਾ ਇੱਕੋ ਹੀ ਹੈ। ਬੈਖਰੀ ਮਤਮਾ ਪਸੰਤੀ ਪਰਾ ਰੋਮ ਰੋਮ ਸਿਮਰਨ ਅਨਹਦ ਸ਼ਬਦ ਸੁਨ ਮੰਡਲ। ਉਸ ਤੋਂ ਬਾਅਦ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਜਦੋਂ ਉੱਥੇ ਚਲਿਆ ਜਾਂਦਾ ਹੈ, ਉੱਥੇ ਇੱਕ ਰੂਪ ਹੋਣਾ ਸ਼ੁਰੂ ਹੋ ਜਾਂਦਾ ਹੈ। ਉੱਥੇ ਕਿਸੇ ਨੂੰ ਦੱਸਦਾ ਨਹੀਂ ਹੈ ਵੀ ਪ੍ਰਭੂ ਅੰਦਰ ਹੀ ਬੈਠਾ ਹੈ, ਪਰ ਇਸ ਨੂੰ ਪੂਰਨ ਅਨੁਭਵ ਹੋ ਆਉਂਦਾ ਹੈ ਕਿ ਹੁਣ ਜੋ ਹੈ ਅਕਾਲ ਪੁਰਖ ਮੇਰੇ ਅੰਦਰ ਹੀ ਪ੍ਰਗਟ ਹੋ ਗਿਆ ਹੈ। ਇਸ ਲਈ ਤਾਂ ਰਵਿਦਾਸ ਜੀ ਨੇ ਕਹਿ ਦਿੱਤਾ ਹੈ, ਕਬੀਰ ਜੀ ਨੇ ਕਹਿ ਦਿੱਤਾ ਹੈ, ਸਾਰੇ ਭਗਤਾਂ ਨੇ ਕਹਿ ਦਿੱਤਾ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। हे ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਇਤਨੀ ਕਿਰਪਾ ਕਰ ਦਿੱਤੀ ਹੈ, ਆਪ ਜੀ ਅੰਤਰ ਆ ਵਸੇ ਹੋ, ਆਪ ਜੀ ਨੇ ਸੁਰਤ ਨੂੰ, ਸੂਖਸ਼ਮ ਸੁਰਤ ਨੂੰ, ਮਤ ਨੂੰ, ਬੁੱਧ ਨੂੰ ਇੰਨਾ ਉੱਚਾ ਚੁੱਕ ਦਿੱਤਾ ਹੈ, ਅਤੇ ਅੰਦਰ ਆਪ ਜੀ ਦੀ ਪਾਵਨ ਜੋਤ ਦਾ ਪ੍ਰਕਾਸ਼ ਹੋ ਆਇਆ ਹੈ। ਸੋ ਆਪ ਜੀ ਨੇ ਆਪਣੇ ਚਰਨਾਂ ਦੇ ਨਾਲ ਇੱਕ ਕਰ ਲਿਆ ਹੈ। ਹੁਣ ਆਪਾਂ ਇੱਕ ਹਾਂ, ਹੁਣ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ ਹੈ। ਸੋ ਇਸ ਤਰ੍ਹਾਂ ਗੁਰਮੁਖੋ ਇਹ ਅਵਸਥਾ ਵਾਸਤੇ ਅਭਿਆਸ ਕਰਨਾ ਪੈਂਦਾ ਹੈ। ਪਰ ਜਿਨ੍ਹਾਂ ਨੂੰ ਨਾਮ ਦੇ ਉੱਤੇ ਵਿਸ਼ਵਾਸ ਨਹੀਂ ਹੈ ਗੁਰਮੁਖੋ, ਉਹਨਾਂ ਨੂੰ ਮੈਂ ਬੇਨਤੀ ਕਰਦੇ ਹਾਂ, ਜਿਹੜੇ ਅੱਜ ਕੱਲ੍ਹ ਕਹਿੰਦੇ ਹਨ ਕਿ ਬਾਰ-ਬਾਰ ਨਾਮ ਜਪਣ ਦੇ ਨਾਲ ਕੀ ਹੋ ਜਾਂਦਾ ਹੈ। ਬਾਰ-ਬਾਰ ਨਾਮ ਜਪਣ ਦੇ ਨਾਲ ਬਹੁਤ ਕੁਝ ਹੁੰਦਾ ਹੈ ਗੁਰਮੁਖੋ, ਕਿਉਂਕਿ ਸਤਿਗੁਰੂ ਆਖਦੇ ਹਨ, ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਾਨ ਤੰਤਰ ਪੀਏ। ਜਿਸ ਤਰ੍ਹਾਂ ਮੰਤਰ ਦੇ ਅੰਦਰ ਆਪਣੀ ਸ਼ਕਤੀ ਹੁੰਦੀ ਹੈ, ਨਾਮ ਦੇ ਅੰਦਰ ਆਪਣੀ ਸ਼ਕਤੀ ਹੁੰਦੀ ਹੈ। ਤੁਸੀਂ ਕਿਸੇ ਵੀ ਸ਼ਬਦ ਦਾ ਬਾਰ-ਬਾਰ ਉਚਾਰਨ ਕਰੋ, ਚਾਹੇ ਤੁਸੀਂ ਇਸ ਗੱਲ ਦਾ ਪ੍ਰੈਕਟੀਕਲ ਕਰਕੇ ਦੇਖ ਲਿਓ ਗੁਰਮੁਖੋ, ਉਸ ਵਸਤੂ ਦੀ એનર્ਜੀ ਸਾਡੇ, ਉਸ ਦੀ ਜੋ ਤਾਕਤ ਹੈ ਸਾਡੇ ਅੰਦਰ ਜਾਂਦੀ ਹੈ ਜਦੋਂ ਉਸ ਨੂੰ ਅਸੀਂ
ਕਿਸੇ ਵੀ ਵਸਤੂ ਨੂੰ ਅਸੀਂ ਯਾਦ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਆਪਣੇ ਪਿਤਾ ਨੂੰ ਯਾਦ ਕਰਦੇ ਹਾਂ। ਮੰਨ ਲਓ ਸਾਡਾ ਮਾਤਾ ਪਿਤਾ ਸਾਡੇ ਤੋਂ ਦੂਰ ਹੈ, ਜਦੋਂ ਅਸੀਂ ਉਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਅੰਦਰ ਉਹਨਾਂ ਦੀ ਛਵੀ ਬਣਦੀ ਹੈ ਅਤੇ ਜੋ ਉਹਨਾਂ ਦਾ ਅਕਸ ਸਾਡੇ ਅੰਦਰ ਬਣਦਾ ਹੈ, ਸਾਡੇ ਮਨ ਨੂੰ ਟਿਕਾਓ ਮਿਲਦਾ ਹੈ। ਇਸੇ ਤਰ੍ਹਾਂ ਨਾਮ ਵੀ ਇਸੇ ਤਰ੍ਹਾਂ ਹੈ। ਨਾਮ ਦੇ ਅੰਦਰ, ਸਿਮਰਨ ਦੇ ਅੰਦਰ, ਮੰਤਰ ਦੇ ਅੰਦਰ, ਪਰਮੇਸ਼ਰ ਦੇ ਨਾਮ ਦੇ ਅੰਦਰ ਅਕਾਲ ਪੁਰਖ ਆਪ ਬੈਠਾ ਹੈ, ਕਿਉਂਕਿ ਹਰ ਸਿਮਰਨ ਮੈਂ ਆਪ ਨਿਰੰਕਾਰਾ। ਜਦੋਂ ਤੁਸੀਂ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਜਾਂ ਇੱਕ ਓੰਕਾਰ ਜਪੋਗੇ, ਉਸ ਦੀ ਸ਼ਕਤੀ ਤੁਹਾਡੇ ਅੰਦਰ ਜਾਏਗੀ। ਉਸ ਦੇ ਨਾਲ ਕੀ ਹੋਊਗਾ, ਤੁਸੀਂ ਆਪਣੇ ਆਪ ਨੂੰ ਭੁੱਲਣਾ ਸ਼ੁਰੂ ਕਰ ਦਿਓਗੇ ਅਤੇ ਕੇਵਲ ਔਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅੰਦਰ ਇੰਟੈਲੈਕਟ, ਤੁਹਾਡੀ ਸੋਚ ਅਤੇ ਬੁੱਧੀ ਦੇ ਅੰਦਰ ਜਾਣਾ ਸ਼ੁਰੂ ਕਰ ਦੇਗਾ। ਕਿਉਂਕਿ ਬੁੱਧੀ ਹੀ ਮੈਲੀ ਹੈ ਗੁਰਮੁਖੋ। ਸਾਡੀ ਬੁੱਧੀ ਦੀ ਨੂੰ ਮੈਲ ਲੱਗਣ ਕਰਕੇ ਹੀ ਅਸੀਂ ਪਾਪ ਕਰਦੇ ਹਾਂ, ਅਸੀਂ ਗਲਤ ਕਾਰਜ ਕਰਦੇ ਹਾਂ। ਸਾਡੀ ਜੋ ਹੈ ਦ੍ਰਿਸ਼ਟੀ ਦੇ ਵਿੱਚ ਮੈਲ ਹੈ, ਸਾਡੀ ਸੋਚ ਦੇ ਵਿੱਚ ਜਦੋਂ ਮੈਲ ਹੈ, ਜਦੋਂ ਬੁੱਧੀ ਬਿਲਕੁਲ ਸਾਫ਼ ਹੋ ਜਾਂਦੀ ਹੈ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਬੁੱਧੀ ਨਿਰਮਲ ਹੋਗੀ, ਫਿਰ ਇਸਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਨਾ ਸ਼ੁਰੂ ਕਰ ਦੇਣਾ ਹੈ। ਕੇਵਲ ਪੜ੍ਹਨ ਦੇ ਨਾਲ ਪਛਾਣ ਨਹੀਂ ਹੋਏਗੀ ਅਕਾਲ ਪੁਰਖ ਵਾਹਿਗੁਰੂ ਦੀ। ਵਾਹਿਗੁਰੂ ਸਾਡੇ ਨੇੜੇ ਹੈ, ਸਾਡੇ ਅੰਦਰ ਹੈ, ਸਾਡੇ ਬਾਹਰ ਹੈ। ਪਰ ਜਿੰਨਾ ਚਿਰ ਬੁੱਧੀ ਮੈਲੀ ਹੈ, ਜਿੰਨਾ ਚਿਰ ਸੰਸਾਰ ਦੇ ਵਿੱਚ ਹੈ, ਸੰਸਾਰ ਨੂੰ ਦੇਖ ਰਹੀ ਹੈ, ਉਹਨਾਂ ਚਿਰ ਵਾਹਿਗੁਰੂ ਨਜ਼ਰ ਨਹੀਂ ਆਏਗਾ, ਕਿਉਂਕਿ ਉਹ ਸੂਖਮ ਹੈ। ਪਰਮੇਸ਼ਰ ਜੋ ਹੈ, ਹਰੀ ਜੋ ਹੈ, ਅਕਾਲ ਪੁਰਖ ਜੋ ਹੈ, ਵਾਹਿਗੁਰੂ ਜੋ ਹੈ, ਬਹੁਤ ਸੂਖਮ ਹੈ ਗੁਰਮੁਖੋ। ਉਸ ਨੂੰ ਕਿਸੇ ਮਸ਼ੀਨ ਦੇ ਦੁਆਰਾ ਨਹੀਂ ਦੇਖਿਆ ਜਾ ਸਕਦਾ। ਤੁਹਾਡੀ ਬੁੱਧੀ ਦੇ ਅੰਦਰ ਹੀ ਜੋਤ ਹੈ। ਦੀਵਾ ਬਲਾ ਅੰਧੇਰਾ ਜਾਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਹਨ ਕਿ ਦੀਵਾ, ਕਿਹੜਾ ਦੀਵਾ ਬਲ ਪਏਗਾ? ਬ੍ਰਹਮ ਗਿਆਨ ਰੂਪੀ ਦੀਵਾ ਬਲ ਪਏਗਾ ਗੁਰਮੁਖੋ, ਅਤੇ ਉਸ ਦੇ ਨਾਲ ਸਾਰੇ ਜੀਵਾਂ ਦੇ ਅੰਦਰ ਸਾਰੇ ਪਾਸੇ ਵਾਹਿਗੁਰੂ ਪਸਰਿਆ ਹੋਇਆ ਤੁਹਾਨੂੰ ਪ੍ਰਤੱਖ ਨਜ਼ਰ ਆਏਗਾ, ਮਹਿਸੂਸ ਹੋ ਜਾਏਗਾ। ਅਤੇ ਐਸੀ ਖੇਡ ਬਣਾਏਗੀ ਗੁਰਮੁਖੋ ਕਿ ਸਦਾ ਲਈ ਚੁੱਪ ਹੋ ਜਾਓਗੇ, ਕਿਸੇ ਨੂੰ ਦੱਸਣ ਯੋਗ ਨਹੀਂ ਰਹੋਗੇ ਕਿ ਵਾਹਿਗੁਰੂ ਕਿੱਥੇ ਹੈ। ਆਪਣੇ ਅੰਦਰ ਆਨੰਦ ਜ਼ਰੂਰ ਮਹਿਸੂਸ ਹੋਏਗਾ, ਪਰ ਦੱਸ ਨਹੀਂ ਹੋਏਗਾ। ਪਰ ਹੋਏਗਾ ਕੇਵਲ ਔਰ ਕੇਵਲ ਸਿਮਰਨ ਕਰਨ ਦੇ ਨਾਲ। ਸਿਮਰਨ ਦੇ ਵਿੱਚ ਟਿਕਾਓ ਆਏਗਾ। ਉਹ ਟਿਕਾਓ ਉੱਪਰਲੀਆਂ ਅਵਸਥਾਵਾਂ ਨੂੰ ਲੈ ਕੇ ਜਾਏਗਾ। ਉੱਪਰਲੀਆਂ ਅਵਸਥਾਵਾਂ ਦੇ ਵਿੱਚ ਜਾਂਦੇ ਜਾਂਦੇ ਅਗਿਆਨ ਦਾ ਨਾਸ਼ ਹੋਏਗਾ। ਅਗਿਆਨ ਦਾ ਨਾਸ਼ ਜਦੋਂ ਹੌਲੀ ਹੌਲੀ ਹੋਣਾ ਸ਼ੁਰੂ ਹੋ ਗਿਆ ਤਾਂ ਪਰਮੇਸ਼ਰ ਪ੍ਰਗਟ ਹੋ ਜਾਏਗਾ। ਸੱਚ ਜਾਣਿਓ, ਆਪਾਂ ਕਹਿ ਦਿੰਦੇ ਹਾਂ ਵੀ ਰੱਬ ਦੇ ਪਿਆਰੇ ਨਹੀਂ ਹੈਗੇ। ਰੱਬ ਦੇ ਪਿਆਰੇ ਤਾਂ ਹੈਨ ਗੁਰਮੁਖੋ। ਐਸੇ ਗੁਰਮੁਖ ਗੁਰਸਿੱਖ ਇਸ ਸੰਸਾਰ ਤੇ ਹੈਗੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ ਨੂੰ ਅਨੁਭਵ ਕੀਤਾ ਹੋਇਆ ਹੈ। ਪਰ ਉਹ ਸਾਨੂੰ ਮਿਲਦੇ ਉਦੋਂ ਹਨ ਜਦੋਂ ਸਾਡੇ ਚੰਗੇ ਭਾਗ ਪ੍ਰਗਟ ਹੁੰਦੇ ਹਨ, ਜਦੋਂ ਅਸੀਂ ਅਕਾਲ ਪੁਰਖ ਦੇ ਚਰਨਾਂ ਦੇ ਪ੍ਰੇਮੀ ਬਣ ਆਉਂਦੇ ਹਾਂ। ਫਿਰ ਸਾਨੂੰ ਸਹਿਜੇ ਸਹਿਜੇ ਐਸੀਆਂ ਬਖਸ਼ੀਆਂ ਹੋਈਆਂ ਰੂਹਾਂ ਦਾ ਮਿਲਾਪ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹੜੀਆਂ ਕੇਵਲ ਔਰ ਕੇਵਲ ਸਾਨੂੰ ਪਰਮੇਸ਼ਰ ਦੇ ਭਗਤੀ ਵੱਲ ਪ੍ਰੇਰਨਾ ਕਰਦੀਆਂ ਹਨ ਅਤੇ ਅਕਾਲ ਪੁਰਖ ਦੀ ਬੰਦਗੀ ਕਰਨ ਵੱਲ ਸਾਨੂੰ ਸਹਾਇਤਾ ਕਰਦੀਆਂ ਹਨ। ਅਤੇ ਸਹਿਜੇ ਸਹਿਜੇ ਸਾਨੂੰ ਗੁਰੂ ਚਰਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਅਸੀਂ ਇਸ ਸੰਸਾਰ ਤੋਂ ਮੁਕਤ ਹੋ ਜਾਂਦੇ ਹਾਂ ਗੁਰਮੁਖੋ। ਮੁਕਤੀ ਕਿਸ ਨੂੰ ਆਖਦੇ ਹਨ ਗੁਰਮੁਖੋ? ਮੁਕਤੀ ਅਗਿਆਨ ਦੇ ਨਾਸ਼ ਨੂੰ ਆਖਦੇ ਹਨ। ਜਦੋਂ ਤੁਹਾਨੂੰ ਇਹ ਗੱਲ ਦ੍ਰਿੜ ਹੋ ਗਈ ਕਿ ਅਕਾਲ ਪੁਰਖ ਹੀ ਪਸਰਿਆ ਹੋਇਆ ਹੈ ਚਾਰੇ ਪਾਸੇ, ਸਾਰੇ ਬੰਤਨ ਪਰਬਤ ਹੈ ਪਾਰ ਬ੍ਰਹਮ, ਜੋ ਕੁਝ ਵੀ ਨਜ਼ਰ ਆ ਰਿਹਾ ਹੈ ਸਾਰਾ ਕੁਝ ਵਾਹਿਗੁਰੂ ਹੈ, ਸਾਰਾ ਕੁਝ ਵਾਹਿਗੁਰੂ ਹੈ, ਤਾਂ ਸੱਚ ਜਾਣੋ ਸੰਸਾਰ ਨਜ਼ਰ ਨਹੀਂ ਆਏਗਾ। ਅੰਤ ਵੇਲੇ ਨੂੰ ਜਦੋਂ ਸਰੀਰ ਛੱਡਾਂਗੇ, ਇਹ ਗੱਲ ਪਹਿਲਾਂ ਹੀ ਦ੍ਰਿੜ ਹੋ ਚੁੱਕੀ ਹੋਵੇਗੀ ਕਿ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਹੈ, ਤਾਂ ਫਿਰ ਸਰੀਰ ਤਾਂ ਧਾਰਨ ਹੀ ਨਹੀਂ ਕਰੇਗਾ, ਕਿਉਂਕਿ ਸਰੀਰ ਦੀ ਤਾਂ ਵੈਲਿਊ ਖਤਮ ਹੋ ਜਾਂਦੀ ਹੈ। ਸਰੀਰ ਜੋ ਹੈ ਨਜ਼ਰ ਹੀ ਨਹੀਂ ਇਸ ਨੂੰ ਆਉਂਦਾ। ਇਸ ਨੂੰ ਕੇਵਲ ਆਤਮ ਜੋ ਬ੍ਰਹਮ ਪਸਰਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਹੈ ਉਹੀ ਨਜ਼ਰ ਆਉਂਦਾ ਹੈ ਗੁਰਮੁਖ ਗੁਰਸਿੱਖ ਪਿਆਰਿਓ। ਪਰ ਉਹ ਮਹਾ ਆਨੰਦ ਹੈ, ਉਹ ਮਹਾ ਸੁਖ ਹੈ, ਉਹ ਜੋ ਹੈ ਅੰਦਰ ਹਿਰਦੇ ਨੂੰ ਵਿਗਾਸ ਦੇਣ ਵਾਲਾ ਹੈ ਗੁਰਮੁਖੋ। ਉਸ ਦਾ ਵਿਗਾਸ ਝੱਲਿਆ ਨਹੀਂ ਜਾ ਸਕਦਾ, ਇਤਨਾ ਉਸ ਦਾ ਆਨੰਦ ਹੈ, ਇਤਨੀ ਉਸ ਦੀ ਕਿਰਪਾ ਹੈ। ਪਹਿਲਾਂ ਜੋ ਹੈ ਥੋੜੀ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰਦੇ ਕਰਦੇ ਸਹਿਜੇ 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 ਜਦੋਂ ਇਸ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਇਸ ਨੂੰ ਆਤਮਿਕ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ, ਫਿਰ ਇਹ ਪਿੱਛੇ ਨਹੀਂ ਮੁੜਦਾ ਗੁਰਮੁਖੋ। ਕਿਉਂਕਿ ਇਹ ਰਸ ਛਾੜ ਉਹ ਰਸ ਆਵਾ, ਉਹ ਰਸ ਆਵਾ ਇਹ ਰਸ ਨਹੀਂ ਭਾਵਾ। ਫਿਰ ਪਿੱਛੇ ਮੁੜ ਕੇ ਨਹੀਂ ਦੇਖਦਾ, ਫਿਰ ਇਸ ਨੂੰ ਉਹ ਆਤਮਿਕ ਰਸਤਾ ਹੀ ਚੰਗਾ ਲੱਗਦਾ ਹੈ। ਇਸ ਤਰ੍ਹਾਂ ਫਿਰ ਸਹਿਜੇ ਸਹਿਜੇ ਵਾਹਿਗੁਰੂ ਦੀ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਪਰ ਸਤਸੰਗਤ ਬਹੁਤ ਜ਼ਿਆਦਾ ਜ਼ਰੂਰੀ ਹੈ ਗੁਰਮੁਖੋ। ਸਤਸੰਗਤ ਤੋਂ ਬਿਨਾਂ ਅਸੀਂ ਭਟਕ ਜਾਂਦੇ ਹਾਂ, ਸਾਨੂੰ ਸਹੀ ਗਾਈਡੈਂਸ ਨਹੀਂ ਮਿਲਦੀ ਹੈ, ਅਸੀਂ ਉੱਪਰਲੇ ਮੰਡਲਾਂ ਦੀਆਂ ਅਵਸਥਾਵਾਂ ਦੇ ਵਿੱਚ ਜਾ ਕੇ ਭਟਕ ਜਾਂਦੇ ਹਾਂ। ਇਸ ਲਈ ਸਤਸੰਗਤ ਦੇ ਵਿੱਚ ਐਸੇ ਗੁਰਮੁਖ ਗੁਰਸਿੱਖ ਹੁੰਦੇ ਹਨ ਜਿਹੜੇ ਸਾਨੂੰ ਸਮੇਂ ਸਮੇਂ ਤੇ ਸੂਝੀ ਦਿੰਦੇ ਹਨ ਕਿ ਭਾਈ ਆਤਮਾ ਦਾ ਰਸਤਾ ਇਹ ਹੈ,
ਸੁਰਤ ਦਾ ਮਾਰਗ ਇਹ ਹੈ। ਇਸ ਤਰ੍ਹਾਂ ਸੁਰਤ ਦਾ ਹੋਰ ਟਿਕਾਓ ਹੋਏਗਾ। ਇਸ ਤਰ੍ਹਾਂ ਸੁਰਤ ਨੂੰ ਹੋਰ ਉੱਚੇ ਮੰਡਲ ਦੇ ਵਿੱਚ ਲੈ ਕੇ ਜਾਣਾ ਹੈ। ਸੋ ਸਤਸੰਗਤ ਦੀ ਮਹਾਰਾਜ ਨੇ ਬੜੀ ਮਹਾਨਤਾ ਦੱਸੀ ਹੈ। ਸਤਸੰਗਤ ਮਿਲੇ ਸੋ ਤਰਿਆ, ਜਿਹੜਾ ਸਤਸੰਗਤ ਦੇ ਵਿੱਚ ਆ ਜਾਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਅਤੇ ਹੋਰ ਜਿਹੜੇ ਮਨਮੁਖ ਇਹ ਪ੍ਰਚਾਰ ਕਰ ਰਹੇ ਹਨ, ਭਾਈ ਮੇਰੀ ਹੱਥ ਜੋੜ ਕੇ ਬੇਨਤੀ, ਇਹਨਾਂ ਦੇ ਪਿੱਛੇ ਨਾ ਲੱਗਿਓ। ਜਿਹੜੇ ਕਹਿੰਦੇ ਹਨ ਸਿਮਰਨ ਨਹੀਂ ਕਰਨਾ, ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ ਹੈ, ਜਾਂ ਹੋਰ ਵੀ, ਇਹਨਾਂ ਦੇ ਪਿੱਛੇ ਨਾ ਲੱਗਿਓ। ਇਹਨਾਂ ਨੂੰ ਤਾਂ ਲੇਖਾ ਦੇਣਾ ਹੀ ਪੈਣਾ ਹੈ, ਕਿਉਂਕਿ ਗੁਰਬਾਣੀ ਦੀ ਕੋਈ ਵੀ ਪੰਕਤੀ ਨਾਮ ਤੋਂ ਖਾਲੀ ਨਹੀਂ ਹੈ। ਗੁਰਬਾਣੀ ਦੀ ਸਾਰੀ ਪੰਕਤੀ, ਸਾਰੀ ਗੁਰਬਾਣੀ ਜੋ ਹੈ ਸਿਮਰਨ ਕਰਨ ਨੂੰ ਕਹਿ ਰਹੀ ਹੈ। ਸੋ ਸਿਮਰਨ ਸਾਨੂੰ ਕਰਨਾ ਹੀ ਪੈਣਾ ਹੈ, ਚਾਹੇ ਅਸੀਂ ਇਸ ਜਨਮ ਵਿੱਚ ਕਰ ਲਈਏ, ਚਾਹੇ ਅਸੀਂ ਬਾਅਦ ਵਿੱਚ ਕਰ ਲਈਏ, ਜਾਂ ਅਸੀਂ ਆਪਣੇ ਕਰਮਾਂ ਨੂੰ ਭੋਗ ਲਈਏ। ਜਿਹੜੇ ਸਿਮਰਨ ਕਰਨਗੇ ਉਹਨਾਂ ਦੇ ਅੰਦਰ ਜੋ ਅੰਤਿਸ਼ਕਰਨ ਵਿੱਚ ਮੈਲ ਲੱਗੀ ਹੋਈ ਹੈ, ਕਰਮ ਪਏ ਹਨ, ਉਹ ਕੱਟੇ ਜਾਣਗੇ। ਗੁਰਮੁਖੋ, ਜਸੂਲੀ ਦੀ ਸੂਲ ਬਣਨ ਵਾਲਾ ਕੰਮ ਹੋ ਜਾਂਦਾ ਹੈ ਅਤੇ ਸਹਿਜੇ ਹੀ ਉਸ ਜਗਤ ਤੋਂ ਉਹ ਪਾਰ ਲੰਘ ਜਾਣਗੇ। ਸੋ ਇਹ ਸੂਖਸ਼ਮ ਜਿਹੇ ਵਿਚਾਰ, ਕਿਉਂਕਿ ਅਕਾਲ ਪੁਰਖ ਦੀ ਸੰਪੂਰਨ ਵਿਚਾਰ ਨਹੀਂ ਕੀਤੀ ਜਾ ਸਕਦੀ ਗੁਰਮੁਖੋ। ਚਾਹੇ ਜਿਤਨਾ ਵੀ ਕੋਈ ਵੱਡਾ ਬਣ ਜਾਵੇ, ਉਹ ਸੰਪੂਰਨ ਤੌਰ 'ਤੇ ਕਥਨ ਨਹੀਂ ਕਰ ਸਕਦਾ। ਇਹ ਤਾਂ ਕੇਵਲ ਔਰ ਕੇਵਲ ਕਣਕਾ ਮਾਤਰ ਵਿਚਾਰ ਹੈ, ਕਿਉਂਕਿ ਅਸਲ ਰਸ ਤਾਂ ਜਪਣ ਦੇ ਵਿੱਚ ਹੈ। ਵਿਚਾਰ ਸਾਨੂੰ ਇਤਨਾ ਪ੍ਰੇਰਨਾ ਦੇ ਦਿੰਦੀ ਹੈ, ਸਾਡੇ ਅੰਦਰ ਸ਼ਕਤੀ ਭਰ ਦਿੰਦੀ ਹੈ ਕਿ ਅਸੀਂ ਨਾਮ ਜਪਣ ਲੱਗ ਜਾਂਦੇ ਹਾਂ। ਅਤੇ ਇਸ ਦੇ ਨਾਲ ਕਹਿੰਦੇ ਸੁਣ ਹਰ ਕਥਾ ਉਤਾਰੀ, ਮੈਲ ਵਾਲਾ ਕਾਰਜ ਹੋ ਜਾਂਦਾ ਹੈ। ਜੋ ਮੈਲ ਲੱਗ ਜਾਂਦੀ ਹੈ ਨਾ ਸਾਡੇ ਮਨ ਨੂੰ ਕਿ ਸਿਮਰਨ ਨਹੀਂ ਕਰਨਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਪਰਮੇਸ਼ਰ ਦੀ ਵਿਚਾਰ ਨੂੰ ਸੁਣ ਕੇ, ਉਸ ਦੀ ਕਥਾ ਨੂੰ ਸੁਣ ਕੇ ਉਹ ਮੈਲ ਲੈ ਜਾਂਦੀ ਹੈ। ਜੀਵ ਜੋ ਹੈ ਸਿਮਰਨ ਵੱਲ ਨੂੰ ਪ੍ਰੇਰਿਤ ਹੋ ਜਾਂਦਾ ਹੈ, ਸਿਮਰਨ ਕਰਦਾ ਹੈ, ਸੰਸਾਰ ਦੇ ਵਿੱਚ ਉੱਚਾ ਉੱਠ ਪੈਂਦਾ ਹੈ ਅਤੇ ਉਸ ਨੂੰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ। ਸਾਰੀਆਂ ਦਾਤਾਂ ਆਪਣੇ ਆਪ ਉਸ ਦੇ ਕੋਲ ਆ ਜਾਂਦੀਆਂ ਹਨ। ਇਤਨੀ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੀ। ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ। ਹੁਣ ਵਿਦੇਸ਼ਾਂ ਦੇ ਵਿੱਚੋਂ ਕੋਈ ਸੰਗਤ ਜੋ ਹੈ ਕਈ ਵਾਰੀ ਪ੍ਰਸ਼ਨ ਭੇਜ ਦਿੰਦੀ ਹੈ ਅਤੇ ਆਪਾਂ ਉਹਨਾਂ ਦੇ ਜਵਾਬ ਉਹਨਾਂ ਨੂੰ ਸਤਿਗੁਰੂ ਜੀ ਬਖਸ਼ੀ ਹੋਈ ਮੱਤ ਅਨੁਸਾਰ ਦੇਣ ਦਾ ਯਤਨ ਕਰਾਂਗੇ। ਪਹਿਲਾਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Baba Ji, Vaheguru Ji Ka Khalsa, Vaheguru Ji Ki Fateh. Fateh Ji. As usual, question from Sangat. Ji. The first question is, Baba Ji, you teach us how to practice Simran. Why is it so important? In my environment, people practice only Nitnem. ਹਾਂਜੀ, ਜਿਸ ਤਰ੍ਹਾਂ ਸੰਗਤ ਜੀ ਨੇ ਪੁੱਛਣਾ ਕੀਤਾ ਹੈ ਵੀ ਕੱਲਾ ਸੰਗਤ ਨਿਤਨੇਮ ਹੀ ਕਰਦੀ ਹੈ, ਸਿਮਰਨ ਕਿਉਂ ਜ਼ਰੂਰੀ ਹੈ। ਦੇਖੋ ਗੁਰਮੁਖੋ, ਸਤਿਗੁਰੂ ਜੀ ਦੇ ਘਰੇ ਵਿਚਾਰ ਹੈ, ਥਾਲ ਵਿੱਚ ਤੈਨੂੰ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सौस आधारो, जेको खावे जेको पुंचो, तिसका होय उधारो, ਇਹ ਵਸਤ ਤਜੀਨ ਹੈ ਜਾਈ, ਨਿਤ ਨਿਤ ਰੱਖੋ ਰਤਾਰੋ। ਗੁਰਬਾਣੀ ਵਿਚਾਰ ਹੈ। ਗੁਰਬਾਣੀ ਦੀ ਵਿਚਾਰ ਜਦੋਂ ਅਸੀਂ ਨਿਤਨੇਮ ਦੇ ਰੂਪ ਵਿੱਚ ਸ਼ਰਵਣ ਕਰਦੇ ਹਾਂ ਤਾਂ ਸਾਨੂੰ ਸਿਮਰਨ ਕਰਨ ਨੂੰ ਪ੍ਰੇਰਨਾ ਹੁੰਦੀ ਹੈ। ਨਿਤਨੇਮ ਨਹੀਂ ਛੱਡਣਾ ਕਦੇ ਵੀ। ਨਿਤਨੇਮ ਸਾਡੀ ਪੂੰਜੀ ਹੈ। ਨਿਤਨੇਮ ਸਾਡਾ ਜੋ ਹੈ ਇੱਕ ਦਾਇਰਾ ਹੈ, ਅਸੀਂ ਉਸ ਦੇ ਵਿੱਚ ਬੰਨੇ ਰਹਿੰਦੇ ਹਾਂ। ਅਤੇ ਸਿਮਰਨ ਕੀ ਹੈ? ਸਿਮਰਨ ਗੁਰੂ ਦਾ ਹੁਕਮ ਵੀ ਹੈ ਅਤੇ ਕੇਵਲ ਔਰ ਕੇਵਲ ਸਿਮਰਨ ਐਸਾ ਮਾਰਗ ਹੈ ਸੂਖਸ਼ਮ, ਕਿਉਂਕਿ ਸੰਪੂਰਨ ਨਿਤਨੇਮ ਹਿਰਦੇ 'ਚ ਨਹੀਂ ਵਸ ਸਕਦਾ। ਨਿਤਨੇਮ ਅਸੀਂ ਪ੍ਰੇਮ ਨਾਲ ਕਰ ਸਕਦੇ ਹਾਂ। ਗੁਰੂ ਜੀ ਆਖਦੇ ਹਨ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹਰ ਜਨਮ ਨਾ ਆਵਾਂ। ਇੱਕ ਸ਼ਬਦ ਨੂੰ ਵਸਾਉਣਾ ਬਹੁਤ ਸੌਖਾ ਹੁੰਦਾ ਹੈ ਗੁਰਮੁਖੋ। ਹੁਣ ਇਹ ਨਾ ਸਮਝ ਲਓ ਵੀ ਮੈਂ ਕਹਿੰਦਾ ਨਿਤਨੇਮ ਨਾ ਕਰੋ। ਨਿਤਨੇਮ ਨਹੀਂ ਛੱਡਣਾ, ਨਿਤਨੇਮ ਕਦੇ ਵੀ ਨਹੀਂ ਛੱਡਣਾ, ਪਰ ਸਿਮਰਨ ਕਰਨਾ ਹੈ ਨਾਲ। ਸਿਮਰਨ ਤਾਂ ਕਰਨਾ ਹੈ ਕਿਉਂਕਿ ਇੱਕ ਸ਼ਬਦ ਜਦੋਂ ਅੰਦਰ ਵਸ ਗਿਆ, ਹਿਰਦੇ ਦੇ ਵਿੱਚ ਚੱਲ ਪਿਆ ਬਾਰ-ਬਾਰ, ਤਾਂ ਫਿਰ ਕੀ ਹੋਏਗਾ? ਤੁਸੀਂ ਜਦੋਂ ਨਿਤਨੇਮ ਕਰੋਗੇ, ਸਿਮਰਨ ਉਦੋਂ ਚੱਲਦਾ ਰਹੇਗਾ, ਬੰਦ ਨਹੀਂ ਹੋਏਗਾ। ਜਦੋਂ ਕੰਮ ਕਰੋਗੇ, ਸਾਰਾ ਕੁਝ ਕਰੋਗੇ, ਸਿਮਰਨ ਬੰਦ ਨਹੀਂ ਹੋਏਗਾ। ਸੋ ਇਹ ਹੈ ਬੇਨਤੀ ਜਿਹੜੇ ਗੁਰਮੁਖਾਂ ਦਾ ਪ੍ਰਸ਼ਨ ਹੈ ਕਿ ਨਿਤਨੇਮ ਅਤੇ ਸਿਮਰਨ ਬਾਰੇ। During the practice of Simran, I had a beautiful experience how I merged with space. It was only once. What do I need to do to repeat that experience? ਹਾਂਜੀ, ਇਹ ਆਖਦੇ ਹਨ ਵੀ ਸਿਮਰਨ ਦੇ ਵਿੱਚ ਜਦੋਂ ਇੱਕ ਵਾਰੀ ਤਜਰਬਾ ਹੋ ਗਿਆ ਕੋਈ ਬਹੁਤ ਅੱਛਾ, ਤੇ ਫਿਰ ਦੁਬਾਰਾ ਉਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਏ। ਦੇਖੋ ਗੁਰੂ ਪਿਆਰਿਓ, ਜਦੋਂ ਆਪਾਂ ਸਾਰੇ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ ਜਾਂ ਸਿਮਰਨ ਕਰਦੇ ਹਾਂ, ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਤਜਰਬੇ ਹੁੰਦੇ ਹਨ। ਪਰ ਇੱਕ ਵਾਰੀ ਜਿਹੜਾ ਤਜਰਬਾ ਹੋ ਗਿਆ ਉਹ ਬਾਰ-ਬਾਰ ਨਹੀਂ ਹੁੰਦਾ। ਸੋ ਉਹ ਤਜਰਬੇ ਜੋ ਸਾਨੂੰ ਹੁੰਦੇ ਹਨ ਉਹ ਕੇਵਲ ਔਰ ਕੇਵਲ ਸਾਨੂੰ ਉਤਸ਼ਾਹਿਤ ਕਰਨ ਵਾਸਤੇ ਹੁੰਦੇ ਹਨ
ਕਿ ਸਾਨੂੰ ਪ੍ਰੇਰਨਾ ਮਿਲੇ ਕਿ ਭਾਈ ਤੁਸੀਂ ਸਹੀ ਰਸਤੇ ਤੇ ਹੋ। ਅਸਲ ਜੋ ਤਜਰਬਾ ਹੈ, ਅਸਲ ਜੋ ਹੈ ਜਿੱਥੇ ਜਾ ਕੇ ਸਾਡਾ ਮਨ ਦਾ ਟਿਕਾਓ ਹੋਣਾ ਹੈ, ਉਹ ਹੈ ਆਤਮ ਦਰਸ਼ਨ। ਆਤਮ ਦਰਸ਼ਨ ਕੀ ਹੈ? ਜਿੱਥੇ ਕੇਵਲ ਔਰ ਕੇਵਲ ਇੱਕ ਅਕਾਲ ਪੁਰਖ ਨਜ਼ਰ ਆਏਗਾ ਅਤੇ ਆਪਣਾ ਆਪਾ ਵੀ ਉਸ ਦੇ ਵਿੱਚ ਲੀਨ ਨਜ਼ਰ ਆਏਗਾ ਅਤੇ ਜਾਗਰਤ ਅਵਸਥਾ ਬਣ ਆਏਗੀ ਗੁਰਮੁਖੋ। ਉੱਥੇ ਜਾਗਿਆ ਹੋਇਆ ਮਹਿਸੂਸ ਹੋਏਗਾ ਤੇ ਫਿਰ ਜਦੋਂ ਇਹ ਅਵਸਥਾ 'ਚ ਟਿਕਾਓ ਬਣ ਗਿਆ ਨਾ, ਫਿਰ ਉੱਥੇ ਕੋਈ ਹੋਰ ਤਜਰਬਾ ਨਹੀਂ ਹੋਏਗਾ, ਕਿਸੇ ਚੀਜ਼ ਦੇ ਦਰਸ਼ਨ ਨਹੀਂ ਹੋਣਗੇ ਉੱਥੇ, ਨਹੀਂ। ਉੱਥੇ ਕੀ ਹੋਏਗਾ? ਸਿਮਰਨ ਕਰਕੇ ਨਾ ਸਹਿਜੇ ਹੀ 5-7 ਮਿੰਟਾਂ ਬਾਅਦ ਉਸ ਅਵਸਥਾ 'ਚ ਚਲਿਆ ਜਾਏਗਾ ਅਤੇ ਉੱਥੇ ਟਿਕੇਗਾ। ਉੱਥੇ ਪੂਰਨ ਟਿਕਾਓ ਹੈ। ਸੋ ਸਭ ਤੋਂ ਉੱਪਰ ਦਰਜੇ ਦਾ ਇਹ ਤਜਰਬਾ। ਇਸ ਤੋਂ ਉੱਪਰ ਵੀ ਬਹੁਤ ਤਜਰਬੇ ਹਨ, ਪਰ ਇੱਥੇ ਜਾ ਕੇ ਜਦੋਂ ਟਿਕਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਵੀ ਅਸੀਂ ਕਾਫੀ ਉੱਚੇ ਪਹੁੰਚ ਚੁੱਕੇ ਹਾਂ, ਗੁਰੂ ਦੀ ਕਿਰਪਾ ਹੋ ਰਹੀ ਹੈ। ਸੋ ਇਹ ਹੈ ਅਸਲ ਤਜਰਬਾ। ਹੋਰ ਜਿਹੜੇ ਤਜਰਬੇ ਹੁੰਦੇ ਹਨ ਉਹ ਸਥਾਈ ਨਹੀਂ ਹਨ, ਇਹ ਸਥਾਈ ਤਜਰਬਾ ਹੈ। ਇਸ ਤੋਂ ਅੱਗੇ ਹੋਰ ਤਜਰਬੇ ਹਨ ਗੁਰਮੁਖੋ ਆਤਮਿਕ। ਹਾਂਜੀ। What is the holiness? How can I come to holiness? ਇਹ ਆਖਦੇ ਹਨ ਪਵਿੱਤਰਤਾ ਕਿਸ ਨੂੰ ਕਿਹਾ ਹੈ, ਪਵਿੱਤਰ ਕਿਸ ਤਰ੍ਹਾਂ ਹੋਇਆ ਜਾਂਦਾ ਹੈ। ਦੇਖੋ ਗੁਰਸਿੱਖ ਪਿਆਰਿਓ, ਜਦੋਂ ਸਾਡੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਜੋ ਮੈਲ ਲੱਗੀ ਹੋਈ ਹੈ ਨਾ ਸਾਨੂੰ, ਨਿੰਦਾ ਦੀ ਮੈਲ, ਇਹ ਖਤਮ ਹੋ ਜਾਂਦੀ ਹੈ। ਪਰ ਇਹ ਖਤਮ ਕਿਸ ਤਰ੍ਹਾਂ ਹੋਏਗੀ? ਜਦੋਂ ਤੁਸੀਂ ਆਤਮ ਦਰਸ਼ਨ ਦੇ ਵਿੱਚ ਚਲੇ ਗਏ, ਉਸ ਤੋਂ ਪਹਿਲਾਂ ਨਹੀਂ ਖਤਮ ਹੋ ਸਕਦੀ। ਜਦੋਂ ਚੌਥੇ ਪਦ ਦੇ ਵਿੱਚ ਚਲਿਆ ਗਿਆ, ਰਜੋ ਤਮੋ ਸਤੋ ਤੋਂ ਉੱਪਰ ਚਲਿਆ ਗਿਆ, ਜਦੋਂ ਇਸ ਨੂੰ ਪਤਾ ਚੱਲ ਗਿਆ ਕਿ ਨਾ ਤਾਂ ਮੈਂ ਕ੍ਰੋਧ ਹਾਂ, ਨਾ ਮੈਂ ਕਾਮ ਹਾਂ, ਨਾ ਮੈਂ ਕੁਝ ਹੋਰ ਹਾਂ, ਮੈਂ ਤਾਂ ਨਿਰਗੁਣ ਸਰੂਪ ਹਾਂ, ਉਸ ਪਰਮੇਸ਼ਰ ਦਾ ਅੰਸ਼ ਹਾਂ, ਆਤਮ ਰੂਪ ਹਾਂ, ਕਹੋ ਕਬੀਰ ਇਹ ਰਾਮ ਕੀ ਅੰਸ਼। ਉੱਥੇ ਆਪਣੇ ਆਪ ਹੀ ਪਵਿੱਤਰਤਾ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ, ਕਹਿਣ ਦੀ ਲੋੜ ਨਹੀਂ ਹੈ ਗੁਰਮੁਖੋ। ਉਹ ਪਵਿੱਤਰਤਾ ਕੈਸੀ ਹੈ? ਉਹ ਮਨ ਦਾ ਬਹੁਤ ਹਲਕਾਪਨ ਹੈ, ਉੱਥੇ ਕੋਈ ਫੁਰਨਾ ਨਹੀਂ ਹੈ, ਅਡੋਲਤਾ ਹੈ। ਤੇ ਉੱਥੇ ਕੀ ਹੈ? ਕੋਈ ਵੀ ਮਾੜਾ ਫੁਰਨਾ ਕਿਸੇ ਦੇ ਪ੍ਰਤੀ ਵੀ ਨਹੀਂ ਆਏਗਾ। ਸਰਬੱਤ ਦਾ ਭਲੇ ਦਾ ਹੀ ਫੁਰਨਾ ਆਏਗਾ, ਸਭ ਦਾ ਭਲਾ ਹੀ ਮੰਗੇਗਾ। ਜੇ ਕੋਈ ਮਾੜਾ ਬੰਦਾ ਵੀ ਇਸ ਦੀ ਨਜ਼ਰ ਪਏਗਾ ਤਾਂ ਉਸ ਨੂੰ ਵੀ ਚੰਗਾ ਹੀ ਆਖੇਗਾ ਕਿ ਇਹ ਪ੍ਰਭੂ ਦੀ ਲੀਲਾ ਹੈ, ਨਿਰਮਲ ਹੋ ਜਾਏਗਾ ਮਨ। ਹਾਂਜੀ। Babaji, please give your blessings. My wedding is coming soon. ਦੇਖੋ, ਇਹ ਆਖਦੇ ਹਨ ਵੀ ਇਹਨਾਂ ਆਨੰਦ ਕਾਰਜ ਹੈ ਵੀ ਉਹਦੇ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਤਾਂ ਗੁਰੂ ਸਾਹਿਬ ਕਰਦੇ ਹਨ। ਆਨੰਦ ਕਾਰਜ ਕੋਈ ਛੋਟੀ ਚੀਜ਼ ਨਹੀਂ ਹੈ। ਅੱਜ ਕੱਲ੍ਹ ਕੀ ਹੋ ਰਿਹਾ ਹੈ ਗੁਰਮੁਖੋ, ਆਨੰਦ ਕਾਰਜ ਹੋ ਜਾਂਦਾ ਹੈ ਸਾਲ 2 ਸਾਲ ਬਾਅਦ, ਤੇ ਉਹ ਜੋ ਹੈ ਇੱਕ ਦੂਜੇ ਦੇ ਨਾਲ ਨਹੀਂ ਬਣ ਪਾਉਂਦੀ। ਜਾਂ ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੇ ਜੀਵਨ ਦੇ ਵਿੱਚ ਸਿਮਰਨ ਅਤੇ ਨਿਤਨੇਮ ਨਹੀਂ ਹੈ। ਜਦੋਂ ਸਿਮਰਨ ਅਤੇ ਨਿਤਨੇਮ ਨਹੀਂ ਹੋਏਗਾ ਤਾਂ ਉੱਥੇ ਕੀ ਹੋਏਗਾ? ਉੱਥੇ ਕਲੇਸ਼ ਹੋਏਗਾ ਗੁਰਮੁਖੋ, ਉੱਥੇ ਕਲੇਸ਼ ਹੋਏਗਾ ਤੇ ਉਹ ਕਲੇਸ਼ ਹੀ ਫਿਰ ਅੱਗੇ ਜਾ ਕੇ ਵਿਪਦਾ ਦਾ ਕਾਰਨ ਬਣਦਾ ਹੈ। ਸੋ ਜਿਨ੍ਹਾਂ ਦਾ ਵੀ ਆਨੰਦ ਕਾਰਜ ਹੈ, ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਰਨ। ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਿਓ ਬਈ ਅਸੀਂ ਸਿਮਰਨ ਦੇ ਨਾਲ ਜੁੜੇ ਰਹੀਏ, ਕਿਉਂਕਿ ਸਿਮਰਨ ਹੀ ਦਾਤਾਂ ਦੇਣ ਵਾਲਾ ਹੈ। ਗੁਰਬਾਣੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਦਾਤਾਂ ਦੇਣ ਵਾਲੇ ਹਨ। ਹਾਂਜੀ। And last question, Babaji, could this be possible? Can I go on pilgrimage with you? ਹਾਂਜੀ, ਜਿਸ ਤਰ੍ਹਾਂ ਇੱਕ ਯਾਤਰਾ ਰੱਖੀ ਹੈ ਸਤਿਗੁਰੂ ਜੀ ਦੀ ਪ੍ਰੇਰਨਾ ਸਦਕਾ ਅਸੀਂ, ਉਸ ਦੇ ਵਿੱਚ ਕੀ ਹੈ ਕਿ ਅਲੱਗ-ਅਲੱਗ ਸਥਾਨਾਂ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਅਤੇ ਉੱਥੇ ਸਿਮਰਨ ਦਾ ਕੈਂਪ ਲੱਗੇਗਾ ਗੁਰਮੁਖੋ। ਸੋ ਇਹਨਾਂ ਨੇ ਪੁੱਛਿਆ ਕਿ ਆ ਸਕਦੇ ਹਨ ਉਸ ਦੇ ਵਿੱਚ। ਹਾਂਜੀ, ਪੂਰੇ ਸੰਸਾਰ ਦੇ ਵਿੱਚ ਹੀ ਇਸ ਦਾ ਪ੍ਰਚਾਰ ਕੀਤਾ ਗਿਆ ਹੈ। ਜਿਹੜੇ ਵੀ ਗੁਰਮੁਖ ਗੁਰਸਿੱਖ ਇਸ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ ਆ ਸਕਦੇ ਹਨ ਭਾਈ, ਤੇ ਉੱਥੇ ਸਿਮਰਨ ਦਾ ਹੀ ਕਾਰਜ ਹੋਏਗਾ। ਸਿਮਰਨ ਕਿਸ ਤਰ੍ਹਾਂ ਕਰਨਾ ਹੈ, ਸਿਮਰਨ ਦੀ ਵਿਧੀ ਕਿਸ ਤਰ੍ਹਾਂ ਹੈ, ਨਿਤਨੇਮ, ਗੁਰਸਿੱਖੀ ਪੁਰਾਤਨ ਰਹਿਤ ਮਰਿਆਦਾ ਅਤੇ ਸਤਿਗੁਰੂ ਮਹਾਰਾਜ ਜੀ ਦਾ ਮਾਰਗ, ਕੇਵਲ ਇਸ ਤੇ ਵਿਚਾਰਾਂ ਅਤੇ ਪ੍ਰੈਕਟੀਕਲ ਕੀਤਾ ਜਾਏਗਾ ਸਿਮਰਨ ਕਰਕੇ ਗੁਰਮੁਖੋ। ਸੋ ਸਾਰੇ ਹੀ ਗੁਰਸਿੱਖ ਆ ਸਕਦੇ ਹਨ ਜਿਨ੍ਹਾਂ ਦੀ ਇੱਛਾ ਹੈ। ਸੋ ਇਹ ਸੂਖਮ ਜਿਹੀ ਵਿਚਾਰ ਅਤੇ ਸਵਾਲਾਂ ਦੇ ਜਵਾਬ ਜੋ ਸੰਗਤ ਵੱਲੋਂ ਸਵਾਲ ਸਨ, ਉਹਨਾਂ ਦੀ ਬੇਨਤੀ ਕੀਤੀ ਗਈ ਹੈ। ਹੁਣ ਹੋਈਆਂ ਭੁੱਲਾਂ ਚੁੱਕਾਂ ਦੀ ਗਲਤੀ ਮੁਆਫ ਕਰਨੀ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।